जय बाबे दी। अज वो समा है जदों बाबा जी के वचनों मुताबक दियोट सिद्ध अते शाह तलाइयां विखे भगतां ते आउण जाण कारण हर समय मेले लगे रहंदे हैं। लखां प्राणी बाबा जी के दर्शन करके निहाल हो चुके हैं ते अनेकां भगतां ते दुधाधारी पौनाहारी की अपार कृपा हो रही है। बाबा जी के करोड़ों भगतां विचों इस फिल्म का सेठ एक भगत है। जय बाबे दी, जय बाबे दी। चाबी छेती हथ मार इदा कि हथ मारन दई हां ਅਸੀਂ ਵੀ ਕਿਹੜਾ ਮੰਨਦੇ ਆ ਤੁਹਾਨੂੰ ਕਿੰਨੀ ਵਾਰੀ ਕਿਹਾ ਘੱਟੋ ਘੱਟ ਚਾਬੀ ਆਪਣੇ ਕਮਰੇ 'ਚ ਰੱਖ ਲਓ ਪਰ ਤੁਹਾਨੂੰ ਤਾਂ ਸਮਝ ਹੀ ਨਹੀਂ ਆਉਂਦੀ। ਮੈਨੂੰ ਤਾਂ ਲੱਗਦਾ ਇਹ ਚਾਬੀ ਉਹ ਬਾਬੇ ਦੇ ਭਗਤ ਦੇ ਕੋਲ ਹੀ ਹੋਣੀ ਆ। ਕਿੱਥੇ ਹੋਊਗਾ ਹੁਣ ਐਸਾ ਹੈ ਕਿੱਥੇ ਪੂਰਾ ਉੱਥੇ ਮੰਦਰਾਂ 'ਚ ਕੰਨੀ ਅਖਰ ਕੋਲਾ ਉੱਥੇ ਲੈ ਜਾ ਕੇ ਚਾਬੀ। ਚੱਲ ਇਦਾਂ ਕਰ ਆਦੀ ਬਹਿਣੇ ਦੇ ਤਾਂ ਮੈਂ ਉਹਦੀ ਉੱਥੇ ਕਰੂੰਗੀ। ਠੀਕ ਆ। कमाल की गल है भाई, दुनिया सारी कमां करन ते लगी आ कि तुसी हो कि ना पत्थर दियां मूर्तियां दुआले चक्कर कट्टी जान डे। ओए आप तो तुसी कुछ करना नहीं तो किसी ने भी नहीं कुछ करन देन डे। हैं अलमारी दी चाबी कित्थे आ? महीने दा आखिरी दिन है, मुलाजमां नूं तनख्वाह देनी आ, सारी जायदाद ते सब बन के बैठे हो। ओए भलिया मानसा, चाबी तो मैं ज्ञान नूं दे आया सी कि उन्हें तैनूं दित्ती नहीं? जे उन्हें मैनूं दित्ती हुंदी तो मेरा दिमाग खराब होया। ਤੁਹਾਡੇ ਮਗਰ ਆਉਂਦਾ ਇੱਥੇ ਤੱਕ ਲੱਤਾਂ ਚੜਾਉਂਦਾ ਸਮਾਂ ਪਹਿਲਾਂ ਬਹੁਤ ਹੋ ਗਿਆ। ਅਲਮਾਰੀ ਦੀ ਚਾਬੀ ਲੈ ਕੇ ਫੈਕਟਰੀ ਪਹੁੰਚ ਜਾਣਾ। ਹਾਂ ਅੱਗੇ ਤੋਂ ਚਾਬੀ ਮੇਰੇ ਕੋਲ ਹੀ ਰਿਹਾ ਕਰੂਗੀ। ਬੇਟੇ ਤੁਹਾਡਾ ਵੀ ਹੁਣ ਸਕੂਲ ਜਾਣ ਦਾ ਟਾਈਮ ਹੋ ਗਿਆ ਹੈ। ਤੁਸੀਂ ਹੁਣ ਘਰ ਜਾ ਕੇ ਤਿਆਰ ਹੋ ਕੇ ਤੇ ਸਕੂਲ ਚਲੇ ਜਾਣਾ, ਠੀਕ ਹੈ ਬੇਟੇ? ਪਾਪਾ ਜੈ ਬਾਬੇ ਦੀ। ਓਕੇ, ਜੈ ਬਾਬੇ ਦੀ। ਭਗਤਾ ਤੂੰ ਐਵੇਂ ਮਨ ਨੂੰ ਨਾ ਲਾ। ਇਹ ਦੁਨਿਆਵੀ ਬੰਦਿਆਂ ਨੂੰ ਕੀ ਪਤਾ ਹੈ ਕਿ ਤੇਰੇ ਮਨ ਵਿੱਚ ਉਹ ਸਿੱਧ ਜੋਗੀ ਬਾਬਾ ਬਾਲਕਨਾਥ ਪ੍ਰਤੀ ਕੀ ਸ਼ਰਧਾ ਹੈ। ਇਹਨਾਂ ਲੋਕਾਂ ਲਈ ਤਾਂ ਇਹ ਪੱਥਰ ਦੀਆਂ ਮੂਰਤੀਆਂ ਨੇ। ਤੂੰ ਮਨ ਨੂੰ ਨਾ ਲਾ ਭਗਤਾ, ਤੇਰੇ ਮਨ ਦੀ ਸਾਰੀਆਂ ਮਨੋਕਾਮਨਾ ਸਿੱਧ ਜੋਗੀ ਪੌਣਾਹਾਰੀ ਪੂਰੀਆਂ ਕਰਨਗੇ। ਬਾਬਾ ਜੀ ਤੁਸੀਂ ਠੀਕ ਆਖਦੇ ਹੋ। ਜੈ ਬਾਬਾ ਜੀ। ਜੈ ਬਾਬੇ ਦੀ। ਓਏ ਪੁੱਤਰਾ, ਕਿੱਥੇ ਗਏ ਨੇ ਮੇਰੇ ਸ਼ੇਰ ਪੁੱਤਰ? ਸਵੇਰ ਦੇ ਕਿਤੇ ਨਜ਼ਰ ਹੀ ਨਹੀਂ ਆਏ। ਡੈਡ ਵੀਰੇ ਹੁਣੀ ਆਪਣੇ ਕਿਸੇ ਦੋਸਤ ਦੀ ਪਾਰਟੀ 'ਚ ਗਏ ਆ। ਜੇ ਤੁਸੀਂ ਕਹੋ ਤਾਂ ਮੈਂ ਉੱਥੋਂ ਬੁਲਾ ਲਿਆ ਮੈਂ। ਲੋ ਆ ਹੀ ਗਏ। ਹਾਈ ਡੈਡ। ਹਾਏ ਹਾਈ ਡੈਡ। ਓਏ ਪੁੱਤਰੋ, ਜਿਹੜਾ ਤੁਹਾਨੂੰ ਕੱਲ ਕੰਮ ਕਿਹਾ ਸੀ ਹੋ ਗਿਆ ਕਿ ਨਹੀਂ? ਡੈਡ ਉਹੋ ਜੇ ਕੰਮ ਤਾਂ ਤੁਸੀਂ ਮੈਨੂੰ 1000 ਵੀ ਕਹੋ ਨਾ ਤੇ ਮੈਂ ਜ਼ਰੂਰ ਕਰਾਂਗਾ। ਨਾਲੇ ਡੈਡ ਮੈਂ ਤਾਂ ਤੁਹਾਡੇ ਦਿਲ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਬਸ ਮੈਂ ਤਾਂ ਉਸ ਦਿਨ ਦੀ ਉਡੀਕ ਵਿੱਚ ਹਾਂ ਡੈਡ, ਜਦੋਂ ਸਾਡੇ ਚਾਚੇ
ਜਾਣੀ ਕਿ ਸੇਠ ਪ੍ਰਤਾਪ ਸਿੰਘ ਤੇ ਸੇਠ ਭੈਰੋ ਸਿੰਘ ਦੀ ਜ਼ਮੀਨ ਤੇ ਤੁਹਾਡਾ ਕੱਲਿਆਂ ਦਾ ਕਬਜ਼ਾ ਨਹੀਂ ਹੋ ਜਾਂਦਾ। ਪਤੰਦਰੋ, ਹੱਥ ਤੇ ਹੱਥ ਧਰ ਕੇ ਬੈਠਿਆਂ ਕੁਛ ਨਹੀਂ ਹੋਣਾ। ਤੇ ਡੈਡ ਫਿਰ ਤੁਸੀਂ ਹੀ ਦੱਸੋ ਕੀਤਾ ਕੀ ਜਾਵੇ? ਤੁਸੀਂ ਹੁਕਮ ਤੇ ਕਰੋ ਡੈਡ, ਸਮਝੋ ਕੰਮ ਹੋ ਗਿਆ। ਉਹ ਤੁਸੀਂ ਪੁਰਾਣੀ ਕਹਾਵਤ ਸੁਣੀ ਹੋਣੀ ਹੈ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। ਅਸੀਂ ਤੁਹਾਡਾ ਮਤਲਬ ਨਹੀਂ ਸਮਝੇ ਡੈਡ। ਇਹ ਮਤਲਬ ਸਿੱਧਾ ਹੈ ਕਿ ਭੈਰੋ ਸਿੰਘ ਤੇ ਪ੍ਰਤਾਪ ਸਿੰਘ ਦੋਵਾਂ ਦੇ ਵਿੱਚ ਪਵਾ ਦਈਏ ਫੁੱਟ ਤੇ ਇਹ ਦੋਵੇਂ ਆਪਸ ਵਿੱਚ ਲੜ ਕੇ ਮਰ ਜਾਣ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਸਾਰੀ ਜਾਇਦਾਦ ਦੇ ਉੱਤੇ ਆਪਣਾ ਹੋ ਜਾਏ ਕਬਜ਼ਾ। ਡੈਡ, ਕਿਉਂ ਨਾ ਇਹ ਸ਼ੁਭ ਕੰਮ ਅੱਜ ਤੋਂ ਹੀ ਸ਼ੁਰੂ ਕੀਤਾ ਜਾਵੇ? ਓਏ ਅੱਜ ਤੋਂ ਨਹੀਂ, ਹੁਣ ਤੋਂ ਹੀ। ਤੇ ਠੀਕ ਆ ਡੈਡ, ਦੇਖਦੇ ਹਾਂ ਸੇਠ ਪ੍ਰਤਾਪ ਸਿੰਘ ਤੇ ਸੇਠ ਭੈਰੋ ਸਿੰਘ ਨੂੰ। ਵੀਰਾ ਸਵੇਰੇ ਕਿਹੜੀ ਮਾਰ ਤੇ ਗਿਆ ਸੀ? ਦੌੜਾ ਦੌੜਾ। ਬਸ ਕਰ ਭੈਣੇ, ਹਰ ਵੇਲੇ ਇੱਕੋ ਹੀ ਨਾ ਰਾਗ ਲਾਪਦੀ ਰਿਹਾ ਕਰ। ਬੰਦੇ ਦਾ ਮੂੰਹ ਦੇਖ ਕੇ ਗੱਲ ਕਰਦੀ ਹੁੰਦੀ ਹੈ। ਆਪਣਾ ਰਾਗ ਤੇ ਅਜੇ ਵੀਰਾ ਮੈਂ ਸ਼ੁਰੂ ਹੀ ਨਹੀਂ ਕੀਤਾ। ਉਹ ਆਵਾਜ਼ ਤੇ ਤੁਹਾਨੂੰ ਉਸ ਦਿਨ ਸੁਣਾਈ ਦੇਊਗੀ ਜਿਸ ਦਿਨ ਮੈਂ ਆਪਣਾ ਹਿੱਸਾ ਮੰਗਿਆ ਤੁਹਾਡੇ ਕੋਲ। ਮੰਮੀ ਹਿੱਸਾ ਲੈਣਾ। ਉਹ ਜਾਓ ਜਾ ਕੇ ਆਪੋ ਆਪਣਾ ਹਿੱਸਾ ਲਓ, ਮੇਰਾ ਦਿਮਾਗ ਨਾ ਖਾਵੋ। ਮੈਂ ਅੱਗੇ ਸਟਿਆ ਜਾਓ ਦਫਾ ਹੋ ਜਾਓ। ਚੱਲ ਕਹਿੰਦਾ ਹਿੱਸਾ ਦਊਂਗਾ ਤੁਹਾਨੂੰ। ਮੈਂ ਵੀ ਹਿੱਸਾ ਲੈਣਾ। ਮੰਮੀ ਹਿੱਸਾ ਲੈਣਾ। ਮੈਂ ਕਿਹਾ ਸੜੀ ਬੜੀ ਜਾਓ ਇੱਥੇ। ਜੇ ਕੁਝ ਪਹਿਲਾਂ ਹੀ ਆਪਣੇ ਪੱਲੇ ਰੱਖਿਆ ਹੁੰਦਾ ਤਾਂ ਅੱਜ ਸਾਨੂੰ ਇਹ ਦਿਨ ਨਾ ਦੇਖਣਾ ਪੈਂਦਾ। ਇੱਥੇ ਤਾਂ ਸਾਰਿਆਂ ਨੂੰ ਆਪਣੇ ਆਪਣੇ ਹਿੱਸਿਆਂ ਦੀ ਪਈ ਹੋਈ ਆ। ਉਹ ਗਿਆ ਨਾ, ਉਹ ਗਿਆ ਨਾ। ਹਾਂਜੀ ਹਾਂਜੀ ਸੇਠ ਜੀ। ਉਹ ਕਿੱਥੇ ਗਿਆ ਸੀ? ਉਹ ਤੈਨੂੰ 20 ਬਾਜਾਂ ਮਾਰੀਆਂ। ਜੀ ਮੈਂ ਵੱਡੇ ਸੇਠ ਹੋਣਾ ਲਈ ਚਾਹ ਬਣਾ ਰਿਹਾ ਸੀਗਾ। ਚਾਹ ਬਣਾਉਣ ਡਿਆ ਸੀਗਾ। ਉਹ ਤੈਨੂੰ ਉਹ ਬਾਬੇ ਦੇ ਭਗਤ ਨੇ ਮੈਨੂੰ ਚਾਬੀ ਦੇਣ ਨੂੰ ਕਿਹਾ ਸੀ, ਤੂੰ ਦਿੱਤੀ ਕਿਉਂ ਨਹੀਂ? ਉਹ ਜੀ ਚਾਬੀ ਤਾਂ ਮੈਂ ਤੁਹਾਨੂੰ ਦੇਣ ਹੀ ਲੱਗਾ ਸੀ। ਆ ਛੋਟੇ ਵੀਰ ਜੀ ਹੁਣਾਂ ਨੇ ਮੈਨੂੰ ਬਾਜ਼ਾਰ ਕਰਦਾ ਸਮਾਨ ਲੈਣ ਲਈ ਤੇ ਚਾਬੀ ਮੈਂ ਭੁਲੇਖੇ ਨਾਲ ਹੀ ਲੈ ਗਿਆ ਜੀ। ਗੱਲ ਸੁਣਨਾ ਮੇਰੀ, ਜੇ ਤੂੰ ਇਹੋ ਜਿਹੀ ਹਰਕਤ ਮੁੜ ਕੇ ਕੀਤੀ ਨਾ ਮੈਂ ਤੇਰੀ ਚਮੜੀ ਦੇ ਦਊਂਗਾ। ਸੁਣ ਲਿਆ ਕਿ ਨਹੀਂ? ਨਾਲੇ ਗੱਲ ਸੁਣ, ਉਹ ਵੱਡੇ ਸੇਠ ਹੋਣ ਦੀ ਚਾਹ ਦਾ ਜ਼ਿਆਦਾ ਨਾ ਧਿਆਨ ਰੱਖਿਆ ਕਰ। ਉਹਦਾ ਤਾਂ ਕੰਮ ਹੈ ਹਰ ਵੇਲੇ ਮੰਦਰ 'ਚ ਟੱਲੀਆਂ ਖੜਕਾਉਣਾ। ਉਹ ਸਾਡੇ ਬਾਰੇ ਵੀ ਸੋਚਿਆ ਕਰ। ਵੈਸੇ ਸੇਠ ਜੀ ਸਿਆਣੇ ਕਹਿੰਦੇ ਵੀ ਚੰਗੇ ਕੰਮ ਕਰਨ ਵਾਲੇ ਨੂੰ ਡੱਕੀਦਾ ਨਹੀਂ। ਉਹ ਜਾ ਜਾ ਕੇ ਆਪਣਾ ਕੰਮ ਕਰ, ਜੇ ਦਫਾ ਹੋ ਜਾ। ਡੱਕੀ ਦਾ ਨਹੀਂ। ਉਹ ਜਰਨੈਲ ਉਹ ਰਾਤੀ ਜਿਹੜਾ ਤੁਹਾਨੂੰ ਕੰਮ ਸਮਝਾਇਆ ਸੀ ਨਾ, ਜਾ ਕੇ ਉਹ ਕਰੋ। ਸ਼ਾਬਾਸ਼ ਮੇਰੇ ਪੁੱਤ, ਚਲੋ ਅਸੀਂ ਵੀ ਆਏ ਤੁਹਾਡੇ ਪਿੱਛੇ ਪਿੱਛੇ। ਹੋਰ ਬਾਈ ਬਲਵੰਤ ਸਿਆ ਵੀ ਕਿੱਥੇ ਰਿਹਾ ਇੰਨੇ ਦਿਨ? ਨਜ਼ਰ ਹੀ ਨਹੀਂ ਆਇਆ। ਉਹ ਬਾਈ ਜੀ, ਉਹ ਚਾਚਾ ਜੀ, ਇਹਨਾਂ ਵਿਚਾਰਿਆਂ ਨੇ ਕਿੱਥੇ ਜਾਣਾ? ਇਹਨਾਂ ਨੂੰ ਤੇ ਤੁਹਾਡੇ ਨਾਲ ਹੋ ਰਹੀ ਬੇਇਨਸਾਫੀ ਦੀ ਚਿੰਤਾ ਲੱਗੀ ਰਹਿੰਦੀ ਹੈ। ਬਸ ਇਸੇ ਚੱਕਰਵਿਊਹ ਦੇ ਵਿੱਚ ਹੀ ਪਏ ਸਾਰਾ ਦਿਨ ਬੈੱਡ ਤੇ ਹੀ ਗੁਜ਼ਾਰ ਦਿੰਦੇ ਨੇ। ਬਾਈ ਜੀ ਸੁਣ ਲਿਆ ਨਾ ਤੁਸੀਂ? ਮੇਰੇ ਪੁੱਤਰਾਂ ਨੂੰ ਵੀ ਪਤਾ ਹੈ ਉਹ ਸੇਠ ਸਾਹਿਬ ਨੂੰ ਨਾ ਤੁਹਾਡਾ ਤੇ ਨਾ ਸਾਡਾ ਕੋਈ ਫਿਕਰ ਨਹੀਂ। ਭਰਾ ਜੀ ਤੁਸੀਂ ਠੀਕ ਹੀ ਆਖਦੇ ਹੋ। ਅਸੀਂ ਸਾਰੇ ਆ ਜਿਨ੍ਹਾਂ ਨੂੰ ਇਹਨਾਂ ਨਾਲ ਹੋ ਰਹੀ ਬੇਇਨਸਾਫੀ ਦੀ ਚਿੰਤਾ ਹੈ। ਤੇ ਇੱਕ ਇਹਨਾਂ ਦਾ ਭਰਾ ਹੈ ਜੋ ਕਦੇ ਚਿਮਟੇ ਵਜਾਉਂਦਾ ਰਹਿੰਦਾ ਤੇ ਕਦੇ ਰੋਟ ਵੰਡਦਾ ਰਹਿੰਦਾ। ਉਹ ਕਰਮਾਂ ਵਾਲੀਏ, ਜ਼ਿਆਦਾ ਫਿਕਰ ਨਾ ਕਰਿਆ ਕਰ। ਬੰਦੇ ਦੇ ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਉਹ ਬਾਈ ਜੀ ਕਿਉਂ ਮਨ ਨੂੰ ਝੂਠੀਆਂ ਤਸੱਲੀਆਂ ਦੇਈ ਜਾਂਦੇ? ਇਦਾਂ ਕੁਝ ਨਹੀਂ ਜੇ ਹੋਣਾ। ਜਿੱਦਾਂ ਮੈਂ ਆਖਦਾ ਨਾ ਉਦਾਂ ਕਰੋ ਤੇ ਫਿਰ ਵੇਖਣਾ ਕਿਵੇਂ ਪੈਂਦੇ ਨੇ ਸਾਰੇ ਪੱਤੇ ਸਿੱਧੇ। ਤੇ ਇੱਕ ਗੱਲ ਹੋਰ, ਇਦਾਂ ਕਰਨ ਦੇ ਨਾਲ ਕੀ ਸਾਰੇ ਮਜ਼ਦੂਰ ਮੇਰੇ ਹੱਕ ਵਿੱਚ ਹੋ ਜਾਣਗੇ? ਉਹ ਚਾਚਾ ਜੀ, ਜੇ ਨਹੀਂ ਯਕੀਨ ਤਾਂ ਇਹ ਸਕੀਮ ਵਰਤ ਕੇ ਵੇਖ ਲਓ। ਆਪਾਂ ਫਿਰ ਮਿਲਦੇ ਹਾਂ। ਚੰਗਾ ਚਾਚਾ ਜੀ, ਅਸੀਂ ਹੁਣ ਚੱਲਦੇ ਹਾਂ। ਚਲੋ ਡੈਡ ਚਲੀਏ। ਹਾਂ ਬਈ, ਰੀਮਾ ਕਾਲਜ ਚਲੀ ਗਈ? ਨਹੀਂ ਵੀਰ ਜੀ ਹੱਲੇ ਨਹੀਂ ਗਏ। ਅੱਛਾ। ਵੀਰ ਜੀ ਕਾਲਜ ਦੀ ਫੀਸ ਦੇਣੀ ਹੈ
ਕਈ ਦਿਨ ਹੋ ਗਏ ਲੇਟ ਹੁੰਦੀ ਜਾ ਰਹੀ ਆ ਤੇ ਕੁਝ ਜ਼ਰੂਰੀ ਕਿਤਾਬਾਂ ਵੀ ਲੈਣੀਆਂ ਹਨ। ਜੇ ਤਨਖਾਹ ਮਿਲ ਗਈ ਆ ਤਾਂ ਪੈਸੇ ਦੇ ਦਿੰਦੇ। ਨਾ ਤੇਰੀ ਪੜ੍ਹਾਈ ਦਾ ਅਸੀਂ ਕੱਲਿਆਂ ਨੇ ਠੇਕਾ ਨਹੀਂ ਲਿਆ, ਇਹ ਦੋ ਵੀ ਤਾਂ ਹੈਗੇ ਨੇ, ਇਹ ਮਰ ਤਾਂ ਨਹੀਂ ਗਏ। ਕਦੇ ਇਹਨਾਂ ਤੋਂ ਵੀ ਮੰਗ ਲਿਆ ਕਰ। ਬਕਵਾਸ ਬੰਦ ਕਰ, ਜੋ ਮੂੰਹ ਚ ਆਇਆ ਵਾ ਤਵਾ ਬੋਲੀ ਜਾਂਦੀ। ਹਾਂ ਰੀਮਾ, ਮੈਨੂੰ ਤੇ ਅਜੇ ਤੱਕ ਤਨਖਾਹ ਨਹੀਂ ਮਿਲੀ। ਹਾਂ ਬਈ, ਤੁਹਾਡੀਆਂ ਤਨਖਾਹਾਂ ਦਾ ਕੀ ਬਣਿਆ? ਤੁਸੀਂ ਵੀ ਕੁਝ ਹੱਥ ਪੱਲਾ ਨਹੀਂ ਫੜਾ ਰਹੇ। ਵੀਰ ਜੀ, ਮੇਰੇ ਮਾਲਕ ਤਾਂ ਬਾਹਰ ਗਏ ਹੋਏ ਨੇ, ਉਹਨਾਂ ਦੇ ਆਉਣ ਤੇ ਹੀ ਪੈਸੇ ਮਿਲਣੇ ਨੇ। ਨਾ ਤੇਰੇ ਮਾਲਕ ਜਾਣ ਟੱਠੇ ਖੂਚ। ਸੁਣੋ ਜੀ, ਇਹਦਾ ਰੋਜ਼-ਰੋਜ਼ ਦਾ ਕਰੋ ਸਿਆਪਾ ਬੰਦ ਤੇ ਇਹਨੂੰ ਬਿਠਾਓ ਘਰੇ। ਕਿਤੇ ਨਹੀਂ ਇਹਨੇ ਅਫਸਰ ਲੱਗ ਜਾਣਾ ਪੜ ਕੇ। ਹਾਂ ਬਈ, ਤੇਰੀ ਤਨਖਾਹ ਦਾ ਕੀ ਬਣਿਆ? ਵੀਰ ਜੀ, ਮੈਨੂੰ ਵੀ ਹੱਲੇ ਤਨਖਾਹ ਨਹੀਂ ਮਿਲੀ। ਬਈ ਤੁਸੀਂ ਆਪਣੀ ਭਰਜਾਈ ਦੀਆਂ ਗੱਲਾਂ ਦਾ ਬੁਰਾ ਨਾ ਮਨਾਇਓ, ਇਹ ਤਾਂ ਐਵੇਂ ਆਵਾ ਤਵਾ ਬੋਲਦੀ ਰਹਿੰਦੀ ਹੈ। ਹਾਂ ਰੀਮਾ, ਮੈਨੂੰ ਜਿੱਦਾਂ ਹੀ ਤਨਖਾਹ ਮਿਲਦੀ ਹੈ ਮੈਂ ਸਭ ਤੋਂ ਪਹਿਲਾਂ ਤੈਨੂੰ ਪੈਸੇ ਦੇਵਾਂਗਾ। ਚੰਗਾ, ਤੂੰ ਹੁਣ ਚੱਲ ਕਾਲਜ। ਚੰਗਾ ਵੀਰ ਜੀ। ਚੰਗਾ ਬਈ, ਮੈਂ ਵੀ ਫੈਕਟਰੀ ਚੱਲਦਾ ਤੇ ਤੁਸੀਂ ਵੀ ਟਾਈਮ ਦੇ ਨਾਲ ਆਪੋ ਆਪਣੇ ਕੰਮ ਤੇ ਚਲੇ ਜਾਓ। ਜੈ ਬਾਬਾ ਪੌਣਾ ਹਰੀ ਜੀ। ਜੈ ਬਾਬਾ ਪੌਣਾ ਹਰੀ ਜੀ। ਭਗਤਾ, ਅੱਜ ਗੱਡੀਆਂ ਵਾਲੇ ਭਗਤ ਕੁਦਰਤੀ ਪੈਸੇ ਤੇ ਕਿਸ ਤਰ੍ਹਾਂ ਆ ਕੇ? ਬਾਬਾ ਜੀ ਸੱਚ ਦੱਸਾਂ, ਮੈਂ ਹੁਣ ਇਹਨਾਂ ਦੁਨਿਆਵੀ ਵਸਤਾਂ ਦਾ ਮੋਹ ਛੱਡ ਚੁੱਕਿਆ। ਤੁਸੀਂ ਤਾਂ ਜਾਣਦੇ ਹੀ ਹੋ ਕਿ ਇਹ ਸਭ ਮਾਇਆ ਦੀ ਖੇਡ ਹੈ, ਜਿਸ ਦਾ ਸ਼ਿਕਾਰ ਹੋ ਕੇ ਮਨੁੱਖ ਮੌਤ ਦੇ ਜਾਲ ਵਿੱਚ ਫਸ ਚੁੱਕਿਆ। ਸ਼ੁਕਰ ਹੈ ਉਸ ਬਾਬਾ ਪੌਣਾ ਹਰੀ ਦਾ, ਜਿਹਦੀ ਮਿਹਰ ਸਦਕਾ ਮੈਂ ਇਸ ਦੁਨੀਆ ਦੇ ਸੱਚ ਨੂੰ ਜਾਣ ਸਕੀ। ਜੈ ਬਾਬੇ ਦੀ। ਜੈ ਬਾਬੇ ਦੀ। ਜੈ। ਮੈਂ ਸੁਖਚੈਨ, ਤੂੰ ਇੱਧਰ ਕਿੱਧਰ? ਕੀ ਗੱਲ, ਫੈਕਟਰੀ ਨਹੀਂ ਗਿਆ? ਦਰਅਸਲ ਸੇਠ ਜੀ, ਮੈਂ ਤੁਹਾਡੇ ਵੱਲ ਹੀ ਜਾ ਰਿਹਾ ਸੀ। ਕੋਈ ਖਾਸ ਗੱਲ ਹੈ? ਖਾਸ ਗੱਲ ਤੇ ਕੋਈ ਨਹੀਂ ਸੇਠ ਜੀ, ਕਾਫੀ ਦਿਨ ਹੋ ਗਏ ਅਜੇ ਤੱਕ ਤਨਖਾਹ ਨਹੀਂ ਮਿਲੀ। ਮੈਂ ਸੋਚਿਆ ਚਲੋ ਸੇਠ ਉਹਨਾਂ ਨੂੰ ਅਰਜ਼ ਕਰਦਾ। ਤੁਹਾਨੂੰ ਤੇ ਪਤਾ ਹੀ ਹੈ ਕਿ ਸਾਡੇ ਗਰੀਬਾਂ ਦਾ ਗੁਜ਼ਾਰਾ ਇਸੇ ਨਾਲ ਹੀ ਚੱਲਦਾ। ਤਨਖਾਹ ਨਹੀਂ ਮਿਲੀ? ਮੈਨੂੰ ਤਾਂ ਕਈ ਦਿਨ ਹੋ ਗਏ ਚੈੱਕ ਸਾਈਨ ਕਰਕੇ ਦਿੱਤੇ ਹੋਏ। ਸੇਠ ਜੀ, ਜੇ ਤਨਖਾਹ ਮਿਲੀ ਹੁੰਦੀ ਤੇ ਤੁਹਾਡਾ ਦਾਸ ਤੁਹਾਡੇ ਕੋਲ ਕਿਉਂ ਆਉਂਦਾ? ਸੁਖਚੈਨ, ਤੂੰ ਇਸ ਤਰ੍ਹਾਂ ਕਰ, ਆ ਕੁਝ ਪੈਸੇ ਲੈ ਜਾ ਤੇ ਆਪਣੇ ਘਰ ਦਾ ਗੁਜ਼ਾਰਾ ਚਲਾ। ਮੈਂ ਪੁੱਛਦਾ ਭੈਰੋ ਸਿੰਘ ਹੁਣਾਂ ਨੂੰ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸੇਠ। ਜੈ ਬਾਬੇ ਦੀ। ਜੈ ਬਾਬੇ। ਹਾਏ, ਜਾਓ, ਮੈਂ ਤੁਹਾਡੇ ਨਾਲ ਗੱਲ ਕਰਦੀ। ਕੀ ਗੱਲ ਹੋ ਗਈ? ਰਾਜਵੀਰ, ਤੁਹਾਨੂੰ ਕਿੰਨੀ ਵਾਰੀ ਕਿਹਾ ਹੈ, ਤੁਸੀਂ ਰਤਾ ਜੀ ਦੇਰੀ ਵੀ ਨਾ ਲਾਇਆ ਕਰੋ। ਤੁਹਾਡੀ ਕੀਤੀ ਹੋਈ ਰਤਾ ਜੀ ਦੇਰੀ ਵੀ ਮੇਰੀ ਜਾਨ ਕੱਢ ਲੈਂਦੀ ਹੈ। ਸੱਚ ਰੀਮਾ, ਯਕੀਨ ਕਰੀ ਰੀਮਾ, ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਤੇਰੇ ਬਿਨਾ ਇੱਕ ਪਲ ਵੀ ਜਿਉਂਦਾ ਨਹੀਂ ਰਹਿ ਸਕਦਾ। ਰਾਜਵੀਰ, ਮੈਂ ਵੀ ਤਾਂ ਉੱਠਦੀ ਬਹਿੰਦੀ ਸੌਂਦੀ ਜਾਗਦੀ ਬਸ ਤੁਹਾਡਾ ਹੀ ਮੁਖ ਤੱਕਦੀ ਰਹਿੰਦੀ ਹਾਂ। ਮੈਨੂੰ ਕਿਹੜਾ ਰਾਤਾਂ ਨੂੰ ਨੀਂਦ ਆਉਂਦੀ ਹੈ। ਰੀਮਾ, ਜਦੋਂ ਆਪਣਾ ਵਿਆਹ ਹੋ ਗਿਆ ਨਾ ਤੇ ਫਿਰ ਵੇਖੀ ਲੋਕੀ ਆਸ਼ਾ ਸ਼ਿਕਾਰ ਉੱਠਣਗੇ ਤੇ ਤੂੰ ਬਣ ਜਾਵੇਂਗੀ ਮੇਰੀ ਸਾਰੀ ਜਾਇਦਾਦ ਦੀ ਮਾਲਕ। ਨੌਕਰ ਤਾਂ ਤੇਰੇ ਅੱਗੇ ਪਿੱਛੇ ਫਿਰਨਗੇ। ਇੱਕ ਗੱਡੀ ਚੋਂ ਉਤਰੇਂਗੀ ਤੇ ਦੂਸਰੀ 'ਚ ਚੜੇਗੀ। ਓਏ, ਮੈਂ ਤਾਂ ਤੈਨੂੰ ਆਪਣੀ ਰਾਣੀ ਬਣਾ ਕੇ ਰੱਖੂੰਗਾ, ਰਾਣੀ। ਸੱਚ ਰਾਜਵੀਰ, ਤੁਸੀਂ ਕਿੰਨੇ ਚੰਗੇ ਹੋ। ਚੱਲ ਹੁਣ ਮੈਂ ਤੈਨੂੰ ਤੇਰੇ ਘਰ ਛੱਡ ਆਵਾਂ, ਉਸ ਤੋਂ ਬਾਅਦ ਮੈਂ ਚਾਚਾ ਜੀ ਦੇ ਘਰੇ ਵੀ ਜਾਣਾ। ਚਲੀਏ? ਗੁੱਸਾ ਮਾਂ? ਚਲੋ। ਬਕਵਾਸ ਨਾ ਕਰ। ਹੁਣ ਮੈਂ ਆਪਣੇ ਬਲੂਰ ਜੇ ਕੋ ਲੱਤਾਂ ਘਟਾਵਾਂ ਜਾਂ ਪੜ ਕੇ ਜਿਹੜਾ ਤੂੰ ਡੀਸੀ ਲੱਗਣਾ ਲੱਗ ਜਾ। ਜਾਂ ਮਾਰ ਕੱਪ ਤੇਰਾ ਪਰਾਂ ਜਾ ਕੇ ਚਲਾ ਪੁੱਤ। ਨਾ ਸਾਰਾ ਦਿਨ ਕਿਤਾਬਾਂ ਫੜੀ ਬੈਠਾ ਰਹਿਣਾ, ਕੋਈ ਘਰ ਦਾ ਕੰਮ ਵੀ ਕਰ ਲਿਆ ਕਰ। ਪੜ ਕੇ ਤੂੰ ਕਿਤੇ ਡੀਸੀ ਨਹੀਂ ਲੱਗ ਜਾਣਾ। ਜਾ ਕੇ ਸ਼ਹਿਰੋਂ ਦਵਾਈ ਲੈ ਕੇ ਆ। ਮੇਰਾ ਤਾਂ ਅੱਜ ਸਿਰੇ ਦੁਖੀ ਜਾਂਦਾ ਹੈ। ਪਤਾ ਨਹੀਂ ਕਿੱਥੋਂ ਝੁੱਡੂ ਪੱਲੇ ਪੈ ਗਏ, ਨਾ ਮਰਦੇ ਆ ਤੇ ਨਾ ਖੜਾ ਛੱਡਦੇ। ਉਹ ਕੀ ਗੱਲ ਆ, ਕਿਉਂ ਪਾਰਾ ਤਾਂ ਚੜਾ ਰੱਖਿਆ? ਸੁੱਖ ਤਾਂ ਹੈ ਨਾ। ਸੁੱਖ ਤਾਂ ਉਸ ਦਿਨ ਹੋਊ ਜਿੱਦਣ ਆ ਪੇਪਰ ਸਾਡੇ ਗਲੋਂ ਲਿਖਣਗੇ। ਇਦਾਂ ਕਲਪਨ ਨਾਲ ਕੁਝ ਨਹੀਂ ਮਿਲਣ ਲੱਗਾ ਭਰਜਾਈ ਤੁਹਾਨੂੰ। ਜਿੱਦਾਂ ਮੈਂ ਆਖਦਾ ਉਦਾਂ ਭਰਾ ਸਾਡਾ ਮੰਨਦਾ ਨਹੀਂ। ਤੇ ਤੂੰ ਆਪ ਹੀ ਸੋਚ, ਇਵੇਂ ਕਿਵੇਂ ਗੋਗਲਿਆਂ ਦਾ ਮੀਂਹ ਵਸੂ ਤੁਹਾਡੇ ਲਈ। ਭਰਾ ਜੀ, ਤੁਸੀਂ ਮੈਨੂੰ ਦੱਸੋ ਕੀ ਕਰਨਾ? ਇਹਨਾਂ ਨੇ ਤਾਂ ਕੁਝ ਕਰਨਾ ਨਹੀਂ, ਮੈਂ ਕਰਕੇ ਦਿਖਾਉਂ ਤੁਹਾਨੂੰ। ਭਰਜਾਈ, ਤੂੰ ਐ ਨਾ ਸਮਝ ਕਿ ਮੈਂ ਇਹਨਾਂ ਦੇ ਚਾਚੇ ਦਾ ਮੁੰਡਾ ਆ, ਤੇ ਇਹ ਨਾ ਸਮਝੀ ਕਿ ਕੋਈ ਮੈਂ ਗਲਤ ਪੰਗਾ ਖੜਾ ਕਰੂੰ।
ਉਹ ਇਹਨਾਂ ਦਾ ਭਰਾ ਸੇਠ ਪ੍ਰਤਾਪ ਸਿੰਘ ਬੜਾ ਬਾਬੇ ਦਾ ਭਗਤ ਆ ਤੇ ਉਹਦੇ ਕੋਲ ਰੋਜ਼ ਕੋਈ ਨਾ ਕੋਈ ਚੰਦਾ ਲੈਣ ਆਉਂਦਾ ਰਹਿੰਦਾ ਤੇ ਇਸੇ ਬਹਾਨੇ ਤੁਸੀਂ ਵੀ ਇਹਦੇ ਕੋਲੋਂ ਕਿਸੇ ਦਿਨ ਖਾਲੀ ਚੈੱਕ ਤੇ ਦਸਖਤ ਕਰਵਾ ਲਓ ਤੇ ਫਿਰ ਜਿੰਨੀ ਰਕਮ ਬੈਂਕ ਦੇ ਵਿੱਚ ਜਮ੍ਹਾਂ ਪਈ ਹੈ ਉਹ ਸਾਰੀ ਕਢਵਾ ਕੇ ਆਪਣੇ ਨਾਂ ਕਰਵਾ ਲਓ। ਉਹ ਤੇ ਫਿਰ ਮੌਜਾਂ ਕਰੋ, ਮੌਜਾਂ ਭਰਜਾਈ। ਕਿਉਂ, ਹੈ ਨਾ ਮੇਰੀ ਸਲਾਹ ਠੀਕ ਹੈ? ਸਲਾਹ ਤਾਂ ਤੇਰੀ ਠੀਕ ਆ ਭਰਾਵਾ। ਕਿਸੇ ਦਿਨ ਕਿਉਂ, ਮੈਂ ਅੱਜ ਹੀ ਕਰਦੀ ਇਹ ਨੇਕ ਕੰਮ। ਬੱਲੇ ਬੱਲੇ ਭਾਈ, ਬੜੀ ਲੰਮੀ ਉਮਰ ਹੈ ਭਾਈ ਸਾਹਿਬ ਦੀ। ਲਓ ਆ ਹੀ ਗਏ ਨੇ ਤੇ ਪੈਰੋਂ ਸਿਆਂ ਉਹ ਚੰਦੇ ਵਾਸਤੇ ਨੇਕ ਕੰਮ ਦੀ ਸ਼ੁਰੂਆਤ ਕਿਉਂ ਨਾ ਭਾਈ ਸਾਹਿਬ ਤੋਂ ਹੀ ਕਰਵਾਈਏ। ਕਿਹੜੇ ਨੇਕ ਕੰਮ ਕਰਨ ਦੀ ਗੱਲ ਕਰਦੇ ਹੋ ਬਈ? ਜਰਾ ਮੈਨੂੰ ਵੀ ਤਾਂ ਦੱਸੋ। ਭਾਈ ਸਾਹਿਬ, ਅੱਜ ਕੁਝ ਬੰਦੇ ਆਏ ਸੀ ਚੰਦਾ ਲੈਣ ਵਾਸਤੇ। ਉਹਨਾਂ ਦੇ ਵਿੱਚ ਤੁਹਾਡਾ ਮਿੱਤਰ ਕਰਨੈਲ ਵੀ ਸੀ। ਅੱਛਾ। ਉਹ ਆਪਣੇ ਪਿੰਡ ਦੇ ਵਿੱਚ ਮੰਦਿਰ ਬਣਾਉਣ ਲੱਗੇ ਆ ਪੌਣਾ ਹਾਰੀ ਦਾ। ਇਹ ਤਾਂ ਬੜੀ ਚੰਗੀ ਗੱਲ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤਾਂ ਘਰ ਹੈ ਨਹੀਂ, ਤੁਸੀਂ ਕੱਲ ਆਇਓ। ਕੱਲ ਤਾਂ ਜੇਠਾ ਐਤਵਾਰ ਹੈ ਤੇ ਕੱਲ ਮੈਂ ਬਾਬਾ ਜੀ ਦੇ ਦਰਬਾਰ ਵਿੱਚ ਵੀ ਜਾਣਾ ਹੈ ਤੇ ਰੋਟ ਵੀ ਚੜਾਉਣਾ ਹੈ। ਉਹ ਖਾਲੀ ਮੁੜਨਗੇ? ਬੜੀ ਮਾੜੀ ਗੱਲ ਹੋਊਗੀ। ਅੱਛਾ, ਮੈਂ ਇਦਾਂ ਕਰਦਾ, ਮੈਂ ਚੈੱਕ ਤੇ ਸਾਈਨ ਕਰਕੇ ਰੱਖ ਛੱਡਾਂਗਾ। ਤੁਸੀਂ ਜਿੰਨੀ ਚਾਹੋ ਉੱਤੇ ਰਕਮ ਭਰ ਕੇ ਉਹਨਾਂ ਨੂੰ ਦੇ ਦੇਣਾ। ਬਈ ਪੈਰੋਂ ਸੇ ਆ, ਮੈਨੂੰ ਸੁਖਚੈਨ ਮਿਲਿਆ ਸੀ ਤੇ ਆਖ ਰਿਹਾ ਸੀ ਕਾਫੀ ਦੇਰ ਤੋਂ ਮੈਨੂੰ ਤਨਖਾਹ ਨਹੀਂ ਮਿਲੀ। ਕੀ ਗੱਲ ਹੈ ਭਾਜੀ? ਤਨਖਾਹ ਨਹੀਂ ਮਿਲੀ? ਭਾਈ ਸਾਹਿਬ, ਜਦੋਂ ਭੈਰੋ ਸਿੰਘ ਤਨਖਾਹਾਂ ਦੇ ਰਿਹਾ ਸੀ ਮੈਂ ਵੀ ਉੱਥੇ ਹੀ ਸੀ। ਸਾਰਿਆਂ ਨੂੰ ਤਨਖਾਹਾਂ ਦਿੱਤੀਆਂ ਨੇ, ਇੱਥੋਂ ਤੱਕ ਕਿ ਕਈਆਂ ਨੂੰ ਤੇ ਮੈਂ ਆਪਣੇ ਹੱਥੀਂ ਤਨਖਾਹ ਦਿੱਤੀ ਗਿਣ ਗਿਣ ਕੇ। ਦੇਖਿਓ ਬਈ, ਕਿਤੇ ਗਰੀਬਾਂ ਦੀਆਂ ਵਾਧੂਆਂ ਨਾ ਪੱਲੇ ਪਾ ਲਿਓ। ਮੈਂ ਚੱਲਦਾ। ਚੰਗਾ, ਤੁਸੀਂ ਗੱਲਾਂ ਕਰੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਂਦੀ ਆ। ਉਹ ਭਰਜਾਈ, ਓਏ ਆ ਵੇਲਾ ਚਾਹ ਪੀਣ ਦਾ ਏ, ਇਹ ਟਾਈਮ ਤੇ ਕੁੱਟ-ਕੁੱਟ ਲਾਉਣ ਦਾ ਏ। ਉਹ ਤੂੰ ਫਿਕਰ ਨਾ ਕਰ, ਤੂੰ ਥੱਲੇ ਜਾ ਕੇ ਖਾਣੇ ਦਾ ਇੰਤਜ਼ਾਮ ਕਰ, ਚੰਗਾ, ਅਸੀਂ ਆਉਂਦੇ ਆ। ਜਿਵੇਂ ਤੁਹਾਡੀ ਮਰਜ਼ੀ। ਉਹ ਡੈਡ, ਚਾਚੇ ਦੀਆਂ ਹੀ ਮੌਜਾਂ ਲਵਾਈ ਜਾਓਗੇ ਕਿ ਮੇਰੇ ਬਾਰੇ ਵੀ ਕੁਝ ਸੋਚੋਗੇ? ਉਹ ਕੀ ਗੱਲ ਹੋ ਗਈ? ਚਾਚਾ ਜੀ, ਅੱਜ ਆ ਮੇਰਾ ਜਨਮ ਦਿਨ ਤੇ ਮੇਰੇ ਦੋਸਤ ਮੰਗਦੇ ਨੇ ਮੇਰੇ ਕੋਲ ਪਾਰਟੀ ਤੇ ਮੇਰੀ ਜੇਬ 'ਚ ਢੇਲਾ ਵੀ ਹੈ ਨਹੀਂ। ਉਹ ਕਿੰਨੇ ਕੁ ਪੈਸੇ ਨਾਲ ਸਰੇਗਾ ਤੇਰਾ? ਸਰ ਜੂਗਾ ਕੋਈ 10,000 ਰੁਪਏ ਦਾ। ਬਸ ਇੰਨੀ ਗੱਲ ਤੇ ਮੂੰਹ ਲੜਕਾਇਆ। ਉਹ ਜਾ ਥੱਲੇ ਜਾ ਕੇ ਆਪਣੀ ਚਾਚੀ ਕੋਲੋਂ ਲੈ ਲੈ 10,000 ਰੁਪਇਆ। ਉਹ ਤੈਨੂੰ ਕਿਤੇ ਉਹ ਨਾ ਕਰਨ ਲੱਗੀ ਆ। ਥੈਂਕ ਯੂ ਚਾਚਾ ਜੀ। ਉਹ ਚੱਲ ਪੁੱਤਰਾ, ਚੱਲ ਸ਼ਾਬਾਸ਼, ਚੱਲ। ਚੰਗਾ ਫਿਰ ਭਾਈ, ਕਰੀਏ ਰੂ ਰਾਜੀ। ਹਾਂ, ਚਲੋ। ਲੋ ਸੀਟ ਜੀ ਇਧਰ ਹੀ ਮਿਲ ਗਏ। ਜਿਹੜੀ ਜੈ ਬਾਬੇ ਦੀ। ਜੈ ਬਾਬੇ ਦੀ ਤਾਂ ਹੋਇਆ, ਕਿਹਨੂੰ ਮਿਲਣਾ? ਕਿੱਧਰ ਮੂੰਹ ਚੱਕਿਆ? ਜਿਹੜੀ ਆਪਣੇ ਪਿੰਡ 'ਚ ਬਾਬਾ ਜੀ ਦਾ ਮੰਦਿਰ ਬਣ ਰਿਹਾ ਤੇ ਉਹਦੀ ਗਰਾਈ ਵਾਸਤੇ ਆਏ ਤੁਹਾਡੇ ਕੋਲ। ਕੀ ਖੱਪ ਪਾਈ ਆ ਹੈ? ਚੰਗੇ ਭਲੇ ਤੁਸੀਂ ਦਿਖਣ ਰਹੇ ਆ, ਕੋਈ ਕੰਮਕਾਰ ਨਹੀਂ ਹੁੰਦਾ ਤਾਂ ਤੋਂ ਜਾ ਜਾ ਕੇ ਦਫਾਵੋ, ਕੰਮ ਕਰੋ ਆਪਣਾ। ਆਏ ਸਵੇਰੇ ਸਵੇਰੇ ਦਿਮਾਗ ਖਰਾਬ ਕਰਨ। ਸੁਣਿਆ ਨੇ ਕੀ ਕਿਹਾ? ਮੇਰੇ ਮੂੰਹ ਵੱਲ ਕੀ ਦੇਖਣ ਡਏ ਆ? ਉਹ ਜਾਓ, ਦਫਾ ਹੋ ਜਾਓ, ਕੋਈ ਹੋਰ ਦਰ ਮੱਲੋ ਜਾ ਕੇ। ਚਲੋ। ਉਹ ਵੀ ਕਿਤੇ ਥਾਂ ਦੇ। ਚਾਚਾ ਜੀ, ਤਾਂ ਕਿਸੇ ਨੂੰ ਕਦੀ ਮਾੜਾ ਨਹੀਂ ਬੋਲੀਦਾ। ਸੁਣਿਆ ਤੁਸੀਂ? ਆ ਬਲੂਰ ਜਿਹੇ ਨੂੰ ਵੀ ਪਤਾ ਕਿ ਕਿਸੇ ਨੂੰ ਮਾੜਾ ਕਹਿਣ ਸੁਣਨ ਦੇ ਨਾਲ ਬਾਬਾ ਪੌਣਾ ਹਰੀ ਦੇ ਘਰੋਂ ਨਿਰਾਸ਼ਾ ਹੀ ਮਿਲਦੀ ਹੈ। ਤੇ ਤੁਸੀਂ ਹੋ ਜੋ ਮੂੰਹ ਆਇਆ ਬੋਲੀ ਜਾਂਦੇ ਹੋ। ਜੇ ਤੁਸੀਂ ਕਿਸੇ ਨੂੰ ਕੁਝ ਦੇਣਾ ਨਹੀਂ ਤਾਂ ਪਿਆਰ ਨਾਲ ਆਖ ਦਿੰਦੇ। ਮਾੜਾ ਬੋਲਣ ਦੀ ਕੀ ਲੋੜ ਸੀ? ਜਾਓ, ਜਾ ਕੇ ਕੋਈ ਨੇਕ ਕੰਮ ਕਰੋ। ਅਸੀਂ ਚੱਲੇ ਆ ਮੰਦਰ। ਚੱਲ ਪੁੱਤਰ। ਨਾ ਕਰਾ ਲਈਏ ਲਾਪਾ, ਉੱਦਾਂ ਸਾਰਾ ਦਿਨ ਕੁਤਰ ਕੁਤਰ ਕੁਤਰ। ਹੁਣ ਤੁਹਾਨੂੰ ਕੀ ਸੱਪ ਸੌਂ ਗਈ ਆ? ਬੋਲੇ ਕਿਉਂ ਨਹੀਂ? ਉਹ ਚੱਲ। ਕਿਹੜੀ ਕਿਹੜੀ ਸਿਫਤ ਕਰਾਂ ਮੈਂ ਜੋਗੀ ਦੀ, ਜੈ ਜੈਕਾਰ ਹੋਈ ਸਾਰੇ ਪਾਸੇ ਜੋਗੀ ਦੀ। ਕਿਹੜੀ ਕਿਹੜੀ ਸਿਫਤ ਕਰਾਂ ਮੈਂ ਜੋਗੀ ਦੀ, ਜੈ ਜੈਕਾਰ ਹੋਈ ਸਾਰੇ ਪਾਸੇ ਜੋਗੀ ਦੀ। ਸਾਰਿਆਂ ਨੇ ਰੱਟੀ ਆਉਂਦੇ ਨਾਮ ਵਾਲੀ ਲਾਈ, ਧਿਆਨ ਬਾਬੇ ਵੱਲ ਤੂੰ ਵੀ ਹੁਣ ਕਰੀ ਦੀ ਕਰੀ ਦੀ ਕਰੀ ਦੀ। ਤੇਰੇ ਦੁੱਖ ਤਾਂ ਸੋਹਣਿਆ ਲਹੂ ਆਪੇ ਪਾਉਣਾ ਹਰੀ ਹਰੀ ਜੀ। ਹੋ ਤੇਰੇ ਦੁੱਖ ਤਾਂ ਸੋਹਣਿਆ ਲਹੂ ਆਪੇ ਪਾਉਣਾ ਹਰੀ ਹਰੀ ਜੀ। ਹੋ ਤੇਰੇ ਦੁੱਖ ਤਾਂ ਸੋਹਣਿਆ।
शान है निराली बाबे दूधा तारी दी घर लो दीदार सारे बारो बारी जी शान है निराली बाबे दूधा तारी दी घर लो दीदार सारे बारो बारी जी रहमतां दे खोले जट्टा तारी ने खजाने रहा सारे आंदी झोली होता पारी जी हो तेरे दुख ता सोहणिया लहू आपे पौना हरी हरी जी हो तेरे दुख ता सोहणिया लहू आपे पौना हरी हरी जी हो तेरे दुख ता सोहणिया चेत दे महीने मेला बड़ा भारी दा नचने नू बदो बदी चित्ती कारी दा चेत दे महीने मेला बड़ा भारी दा नचने नू बदो बदी चित्ती कारी दा हो जनता वाली गल करो उस दे हवाले जाना सारे आने हो दे करो तारी जी हो तेरे दुख ता सोहणिया लहू आपे पौना हरी हरी जी हो तेरे दुख ता सोहणिया लहू आपे पौना हरी हरी जी हो तेरे दुख ता सोहणिया ਜੈ ਬਾਬਾ ਜੀ ਜੈ ਬਾਬਾ ਜੀ ਮੋਹਨ ਸਿਆ ਤੁਸੀਂ ਤੇ ਕਿੱਥੇ ਸੇਠ ਜੀ ਮੈਂ ਤੁਹਾਡੀ ਕੋਠੀ ਗਿਆ ਸੀ ਅੱਛਾ ਉੱਥੋਂ ਪਤਾ ਲੱਗਾ ਤੁਸੀਂ ਮੰਦਿਰ ਆਏ ਹੋਏ ਹੋ ਅੱਛਾ ਤੋਂ ਮੈਂ ਇੱਧਰ ਹੀ ਆ ਗਿਆ ਕਿਵੇਂ ਆਉਣਾ ਹੋਇਆ ਦਰਅਸਲ ਗੱਲ ਇਦਾਂ ਹੈ ਕਿ ਜਿਹੜਾ ਤੁਸੀਂ ਆਪਣਾ ਬੀਮਾ ਕਰਵਾਇਆ ਹੋਇਆ ਨਾ ਹਾਂਜੀ ਉਹਦਾ ਸਮਾਂ ਬਹੁਤ ਥੋੜਾ ਹੀ ਰਹਿ ਗਿਆ ਅੱਛਾ ਸੋ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਗੈਰ ਹਾਜ਼ਰੀ ਦੇ ਵਿੱਚ ਅਰਮਾਨ ਨੂੰ ਉਸਦੇ ਹੱਕਦਾਰ ਹੋਣ ਦਾ ਨਾ ਹਲਫੀਆ ਬਿਆਨ ਦੇ ਦਿੰਦੇ ਤਾਂ ਚੰਗਾ ਸੀ ਬੇ ਮੋਹਨ ਸਿਆ ਗੱਲ ਤਾਂ ਤੇਰੀ ਠੀਕ ਹੈ ਬਾਈ ਚਾਂਸ ਮੈਂ ਕਦੇ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਗਿਆ ਹੋਵਾਂ ਮੇਰੇ ਮਗਰੋਂ ਮੇਰਾ ਬੇਟਾ ਅਰਮਾਨ ਉਹ ਰਕਮ ਤਾਂ ਲੈ ਸਕਦਾ ਲਿਆਓ ਫਿਰ ਮੈਂ ਕਿੱਥੇ ਕਰਾਣੇ ਆ ਦਸਤਖਤ ਕਰਾਂ ਹਾਂ ਬਸ ਥੈਂਕ ਯੂ ਜੈ ਬਾਬੇ ਚਲੋ ਬੇਟਾ ਲਿਆ ਵੇ ਲਾਲਾ ਕੁਛ ਖਾਣ ਨੂੰ ਦੇ ਬਿਸਕੁਟਾਂ ਦੇ ਪੈਕਟ ਪੁਕਟ ਫੁੱਲਦਾ ਬਿਸਕੁਟ ਲਓ ਜੀ ਆ ਲਓ ਆ ਦੋ ਲਓ ਲਾਓ ਚੰਦਵੀਰ ਅਬੇ ਪੈਸੇ ਤਾਂ ਦਿਓ ਕਾਹਦੇ ਪੈਸੇ ਲਾਲਾ ਤੈਨੂੰ ਪਤਾ ਨਹੀਂ ਅਸੀਂ ਕੌਣ ਹੁੰਨੇ ਆ ਕਿਹਨਾਂ ਕੋ ਪੈਸੇ ਮੰਗਦਾ ਤੂੰ ਕੌਣ ਆਪਾਂ ਨਹੀਂ ਜਾਣਦੇ ਆ ਦੋ ਪੈਕਟ ਦਿੱਤੇ ਆ ਪੈਸੇ ਦਿਓ ਸਾਡੇ ਆ ਲਾਲਾ ਆਪਣਾ ਕੰਮ ਕਰ ਚੱਲ ਵੇ ਸ਼ਾਨੂ ਬਹੁਤ ਕਰਦੇ ਆ ਆਓ ਸ਼ਰਜੀ ਬਹੁ ਵੇ ਮੁੰਡਿਓ ਬਹੁਤ ਦਾ ਮਾਲ ਖਾਓ ਐਸ਼ ਕਰੋ ਯਾਰਾਂ ਦੀ ਓਏ ਮੁਖ ਤੇ ਲੱਗ ਦਿਓ ਜਦੋਂ ਲੈ ਕੇ ਆਂਦਾ ਸਮਾਨ ਪਹਿਲਾਂ ਜਾਓ ਉਹਦੇ ਪੈਸੇ ਦਿਓ ਬਾਬਾ ਜਾ ਆਪਣਾ ਕੰਮ ਕਰ ਜਾ ਕੇ ਤੇ ਓਏ ਪੌਣਾ ਹਾਰੀ ਤੋਂ ਡਰ ਕੇ ਰਿਹਾ ਕਰੋ ਬਾਬਾ ਬੜਾ ਵੀਰ ਜੀ ਉਹ ਦੇਖੋ ਇੱਕ ਤੇ ਗਰੀਬ ਨਾ ਧੱਕਾ ਕਰਨ ਦਾ ਆ ਉੱਤੋਂ ਪੱਕਣ ਨੂੰ ਮਾੜਾ ਚੰਗਾ ਬੋਲਣ ਦਾ ਚੱਲ ਆ ਫਿਰ ਚੱਲ ਕੇ ਵੇਖੀ ਓਏ ਪਾਗਲੋ ਹੋਸ਼ ਕਰੋ ਇੱਕ ਤੇ ਮੁਫਤ ਦਾ ਤੁਸੀਂ ਮਾਲ ਖਾਂਦੇ ਹੋ ਤੇ ਦੂਜਾ ਫਕਰਾਂ ਦੇ ਨਾਲ ਮਜ਼ਾਕ ਕਰਦੇ ਹੋ ਤੈਨੂੰ ਕੀ ਤਕਲੀਫ ਓਏ ਉਹ ਸੱਚੇ ਰੱਬ ਤੋਂ ਡਰੋ ਓਏ ਮੁੰਡਿਓ ਦੇਖ ਕਿਆਂ ਫੜ ਲੈ ਇਹਨੂੰ ਪੁੱਤਰ ਰਾਜਵੀਰ ਆਪਣੀ ਚਾਲ ਹੌਲੀ ਹੌਲੀ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਬਸ ਹੁਣ ਤੇ ਮੌਜਾਂ ਕਰਨ ਦੇ ਦਿਨ ਆਏ ਸਮਝ ਪਰ ਉਹ ਕਿਵੇਂ ਡੈਡ ਇੱਕ ਦਿਨ ਖਾਦੀ ਪੀਤੀ ਦੇ ਵਿੱਚ ਉਹ ਮੁਬਾਰਕਪੁਰ ਵਾਲੀਆਂ ਤੁਮਾ ਫੈਕਟਰੀਆਂ ਦੇ ਕਾਗਜ਼ਾਂ ਮੈਂ ਭੈਰੋਂ ਸਿੰਘ ਕੋਲੋਂ ਦਸਤਖਤ ਕਰਵਾ ਲਏ ਸਨ ਵਾਹ ਤੇ ਲੈ ਦੇ ਕੇ ਉੱਥੋਂ ਦੀ ਲੇਬਰ ਨੂੰ ਮੈਂ ਆਪਣੇ ਕਬਜ਼ੇ ਵਿੱਚ ਕਰ ਲਿਆ ਬਸ ਤੂੰ ਇਸ ਗੱਲ ਤੇ ਪਰਦਾ ਹੀ ਰੱਖੀ ਸਮਝ ਗਿਆ ਨਾ ਠੀਕ ਡੈਡ ਉਹ ਕੀ ਹੋ ਗਿਆ ਤੁਹਾਨੂੰ ਬੜੇ ਮੂੰਹ ਲਟਕਾਏ ਨੇ डैड
ਸੁਖਜੈਨ ਉਹਨਾਂ ਨੇ ਸਾਡੇ ਤੇ ਹੱਥ ਚੁੱਕਿਆ। ਓਏ ਉਸ ਪੱਖੇ ਲੱਗੇ ਦੀ ਇਹ ਬਚਾਲ ਡੈਡ, ਮੈਂ ਲੈਣਾ ਉਹਦੀ ਖਬਰ। ਰਾਜਵੀਰ ਵੀਰ ਜੀ ਹੁਣ ਤੇ ਪਾਣੀ ਬਹੁਤ ਸਿਰ ਉੱਪਰ ਦੀ ਲੰਘ ਚੁੱਕਿਆ ਹੈ। ਹੁਣ ਤੇ ਉਸ ਦਾ ਕੰਮ ਮੁਕਾਉਣਾ ਹੀ ਪੈਣਾ ਹੈ। ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ। ਉਹ ਸਿਆਣਿਆਂ ਦੀ ਗੱਲ ਨਹੀਂ ਸੁਣੀ। ਕਾਲੀ ਅੱਗੇ ਹਮੇਸ਼ਾ ਟੋਏ ਹੁੰਦੇ ਨੇ। ਗਰਮ ਗਰਮ ਕੜਾਹ ਖਾਓਗੇ ਤੇ ਮੂੰਹ ਦੇ ਵਿੱਚ ਛਾਲੇ ਪੈ ਜਾਣਗੇ। ਓਏ ਪਤੰਦਰੋ ਗੁੱਸਾ ਥੁੱਕ ਦਿਓ ਤੇ ਜਦੋਂ ਵੀ ਕਿਤੇ ਮੌਕਾ ਮਿਲੇ ਉਸ ਸਾਲੇ ਦੇ ਟੋਟੇ ਟੋਟੇ ਕਰ ਦਿਓ। ਉਹ ਮੈਨੂੰ ਤੇ ਆਪ ਉੱਤੇ ਬੜਾ ਗੁੱਸਾ ਹੈ ਜਦੋਂ ਦਾ ਉਹਨੇ ਪ੍ਰਤਾਪੇ ਅੱਗੇ ਤਨਖਾਹ ਦੀ ਸ਼ਿਕਾਇਤ ਲਾਈ ਹੈ। ਪਰ ਡੈਡ, ਇੱਕ ਵਾਰ ਤਾਂ ਉਹਨੂੰ ਜਲਵਾ ਵਿਖਾਉਣਾ ਹੀ ਪਏਗਾ, ਨਹੀਂ ਤੇ ਉਸ 2 ਟਕੇ ਦੇ ਆਦਮੀ ਨੇ ਆਪਣੇ ਸਾਹਮਣੇ ਤੌਣ ਚੱਕ ਲੈਣੀ ਹੈ। ਰਾਜਵੀਰ ਪੁੱਤਰ ਚੁੱਪ। ਮੇਰੇ ਕੋਲ ਹਰ ਆਦਮੀ ਦੀ ਹਰ ਬਿਮਾਰੀ ਦਾ ਇਲਾਜ ਹੈ। ਮੈਂ ਉਸ ਮਜ਼ਦੂਰਾਂ ਦੇ ਮੁਖੀਏ ਦਾ ਬੰਦੋਬਸਤ ਕਰ ਦੇਣਾ। ਪੈਰੋਂ ਸਿੰਘ ਨੂੰ ਕਹਿ ਕੇ ਉਹਦੀ ਫੈਕਟਰੀ 'ਚੋਂ ਛੁੱਟੀ ਕਰਵਾ ਦੇਣਾ। ਸਮਝ ਗਿਆ ਨਾ? ਠੀਕ ਹੈ ਨਾ? ਠੀਕ ਹੈ। ਓਏ ਜਾਓ ਜਾ ਕੇ ਆਪਣੇ ਮੂੰਹ ਹੱਥ ਧੋਵੋ। ਕਰੋ ਹੁਲੀਏ ਬਦਲੋ। ਚਲੋ ਲੈ ਬੱਚਿਆਂ ਦੀ ਸਾਰਾ ਜੇ ਤੂੰ ਪਾਲੀਆਂ ਟਿੱਲੇ ਦਾ, ਬੱਚਿਆਂ ਦੀ ਸਾਰਾ ਜੇ ਤੂੰ ਪਾਲੀਆਂ ਟਿੱਲੇ ਦਾ। ਉਹ ਤੇਰੇ ਤੇ ਜਿੰਦੇ ਚੜਦੇ, ਤੇਰੇ ਤੇ ਜਿੰਦੇ ਚੜਦੇ, ਤੇਰੇ ਤੇ ਜਿੰਦੇ ਚੜਦੇ, ਤੇਰੇ ਤੇ ਜਿੰਦੇ ਚੜਦੇ। ਸੋਹਣੇ ਸੋਹਣੇ ਜਿੰਦੇ ਚੜਦੇ, ਸੋਹਣੇ ਸੋਹਣੇ ਜਿੰਦੇ ਚੜਦੇ, ਸੋਹਣੇ ਸੋਹਣੇ ਜਿੰਦੇ ਚੜਦੇ, ਸੋਹਣੇ ਸੋਹਣੇ ਜਿੰਦੇ ਚੜਦੇ। ਉਹ ਕਰਦੇ ਕਈ ਹਜ਼ਾਰਾਂ ਜੇ ਤੂੰ ਪਾਲੀਆਂ ਟਿੱਲੇ ਦਾ, ਬੱਚਿਆਂ ਦੀ ਸਾਰਾ ਜੇ ਤੂੰ ਪਾਲੀਆਂ ਟਿੱਲੇ ਦਾ। ਭਗਤੋ, ਇਹ ਸੰਸਾਰ ਸੁੱਖਾਂ ਦੁੱਖਾਂ ਦੀ ਨਗਰੀ ਹੈ ਤੇ ਹਰ ਪਾਸੇ ਆਪੋ ਧਾਪੀ ਪਈ ਹੋਈ ਹੈ। ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈ। ਇਸ ਕਲਯੁਗ ਦੇ ਭਵ ਸਾਗਰ ਚੋਂ ਪਾਰ ਕਰਨ ਲਈ ਸਾਨੂੰ ਸਿੱਧ ਜੋਗੀ ਪੌਣਾਹਾਰੀ ਬਾਬਾ ਬਾਲਕਨਾਥ ਦੀ ਓਟ ਲੈਣੀ ਪਵੇਗੀ। ਇਸੇ ਲਈ ਅਸੀਂ ਆਖਦੇ ਹਾਂ ਕਿ ਇਹ ਪੌਣਾਹਾਰੀ ਸਾਡੀ ਸਾਰ ਲੈ ਕਿ ਬਾਬੇ ਦੇ ਦਰ ਤੇ ਆਏ ਕਿਸੇ ਆਦਮੀ ਦੀ ਮਨੋਕਾਮਨਾ ਅਧੂਰੀ ਨਹੀਂ ਰਹਿੰਦੀ। ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਇਸੇ ਲਈ ਤਾਂ ਮੈਂ ਆਖਦਾ ਤੁਸੀਂ ਸਾਰੇ ਆਖੋ ਬੋਲ ਸਾਚੇ ਦਰਬਾਰ ਕੀ ਜੈ। ਭਗਤਾ ਬਹੁਤ ਉਦਾਸ ਹੈ, ਕਿਉਂ? ਕੀ ਗੱਲ ਹੋਈ? ਬਾਬਾ ਜੀ, ਉਸ ਗੁਫਾ ਦੇ ਵਾਸੀ ਦੀ ਅਪਾਰ ਕਿਰਪਾ ਦੇ ਨਾਲ ਦਾਸ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਪਰ ਮੈਨੂੰ ਮੇਰੇ ਭਰਾ ਭਰਜਾਈ ਤੇ ਭੈਣ ਹਰਨਾਮਪੁਰ ਦੇ ਰੁੱਖੇ ਸੁਭਾਅ ਦੀ ਚਿੰਤਾ ਹਰ ਸਮੇਂ ਸਤਾਉਂਦੀ ਰਹਿੰਦੀ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਉਹ ਵੀ ਬਾਬਾ ਪੌਣਾਹਾਰੀ ਦੀ ਸੇਵਾ ਆਰਾਧਨਾ ਕਰਨ, ਪਰ ਉਹ ਨੇ ਕਿ ਭਗਤਾ, ਭਗਤੀ ਨਸੀਬਾਂ ਨਾਲ ਮਿਲਦੀ ਹੈ। ਇਹ ਕੋਈ ਹਰ ਆਦਮੀ ਦੇ ਵੱਸ ਨਹੀਂ ਕਿ ਉਹ ਪਰਮਾਤਮਾ ਦੇ ਰਾਹ ਤੇ ਚੱਲੇ। ਇਹ ਤਾਂ ਉਸ ਸਮੇਂ ਹੀ ਹੁੰਦਾ ਹੈ ਜਦੋਂ ਉਸ ਪੌਣਾਹਾਰੀ ਦੀ ਸਵੱਲੀ ਨਜ਼ਰ ਉਸ ਤੇ ਹੁੰਦੀ ਹੈ। ਭਗਤਾ, ਉਹ ਜੋ ਕਰਦੇ ਨੇ, ਜੋ ਬੀਜਦੇ ਨੇ, ਉਹੀ ਉਹਨਾਂ ਨੇ ਵੱਢਣਾ ਹੈ। ਤੂੰ ਚਿੰਤਾ ਨਾ ਕਰ। ਤੂੰ ਬਾਬੇ ਦਾ ਰੋਟ ਚੜਾਉਣਾ ਨਾ ਭੁੱਲੀ। ਮੇਰਾ ਦੂਧਾ ਤਾਰੀ ਪੌਣਾਹਾਰੀ ਸਭ ਕੁਝ ਠੀਕ ਕਰ ਦੇਵੇਗਾ। ਚੰਗਾ ਬਾਬਾ ਜੀ, ਮੈਂ ਚੱਲ। ਜੈ ਬਾਬੇ। ਭਾਬੀ ਜੀ, ਪਾਣੀ ਦਾ ਗਲਾਸ ਤਾਂ ਪਿਲਾਇਓ। ਹਾਏ ਓ ਰੱਬਾ, ਇਹਨੇ ਵੀ ਹੁਣੇ ਹੀ ਆਉਣਾ ਸੀ। ਇਹਨਾਂ ਨੇ ਨਾ ਕਦੇ ਮੈਨੂੰ ਸੀਰੀਅਲ ਦੇਖਣ ਦਿੱਤਾ। ਰੀਮਾ, ਓ ਰੀਮਾ। ਹਾਂਜੀ ਭਾਬੀ ਜੀ। ਆਪਣੇ ਵੀਰੇ ਨੂੰ ਪਾਣੀ ਪਿਆ। ਚੰਗਾ ਭਾਬੀ ਜੀ। ਬੜਾ ਟਾਈਮ ਲਾਤਾ ਹੈ। ਵੀਰ ਜੀ ਪਾਣੀ। ਵੱਡੇ ਵੀਰ ਜੀ ਨਹੀਂ ਆਏ ਹਾਲੇ ਤੱਕ? ਕੀ ਫੈਕਟਰੀ 'ਚ ਕੰਮ ਜ਼ਿਆਦਾ ਸੀ? ਛੁੱਟੀ ਹੋਈ ਨੂੰ ਤਾਂ 2 ਘੰਟੇ ਹੋ ਗਏ, ਪਤਾ ਨਹੀਂ ਕਿੱਥੇ ਰਹਿ ਗਏ। ਲੋ ਆ ਹੀ ਗਏ ਵੀਰ ਜੀ। ਅੱਜ ਬੜਾ ਟਾਈਮ ਲਾਤਾ, ਕਿਤੇ ਚਲ ਗਏ ਸੀ? ਵੀਰ ਜੀ ਆ ਮੂੰਹ 'ਚ ਝਰੀਟਾਂ ਜੀਆਂ ਕਾਹਦੀਆਂ ਪਈਆਂ ਨੇ? ਉਹ ਬਸ ਐਵੇਂ ਫੈਕਟਰੀ 'ਚ ਚੱਲ ਵੇ ਰਾਜ, ਤੂੰ ਜਾ ਕੇ ਨਹਾ ਧੋ ਲੈ। ਵੀਰ ਜੀ ਲੱਗਦਾ ਤੁਸੀਂ ਸਾਡੇ ਤੋਂ ਕੁਝ ਲੁਕਾ ਰਹੇ ਹੋ। ਉਹ ਨਹੀਂ ਬਈ ਨਹੀਂ,
मैं किसी तो कोई गल नहीं लुको रहा। मैं जाके हाथ मुँह धो लवां, फिर उस तो बाद सारे जने बैठ के रोटी खानी। फिर मैं ज्ञान के चौंकी ते भी जाना। कुछ ना कुछ तो जरूर होया, एवें तां नहीं बूथा लाल पीला होया। हर वेले घोड़े ते सवार ना रहा कर। जा जाके रोटी की तैयारी कर ते मैं नहा के आउना। ਸ਼ਰਦਾ ਦੇ ਨਾਲ ਲੈ ਕੇ ਰੋਟ ਪ੍ਰਸ਼ਾਦ, ਸ਼ਰਦਾ ਦੇ ਨਾਲ ਲੈ ਕੇ ਰੋਟ ਪ੍ਰਸ਼ਾਦ, ਨਾਲ ਝੰਡੇ ਨੇ ਲਿਆਉਂਦੇ ਲਾਲ ਰੰਗ ਦੇ ਤੇਰੇ ਬੱਚੜੇ ਜੋਗੀਆਂ, ਤੇਰੇ ਤੋਂ ਦੀਦਾਰ ਤੇਰਾ ਮੰਗਦੇ ਤੇਰੇ ਬੱਚੜੇ ਜੋਗੀਆਂ, ਤੇਰੇ ਤੋਂ ਦੀਦਾਰ। ਇਹ ਜੈ ਬਾਬੇ ਦੀ ਗਿਆਨ ਹੈ। ਜੈ ਬਾਬੇ ਦੀ ਜੀ। ਕੀ ਗੱਲ ਇੱਥੇ ਖੜਾ? ਸੇਠ ਜੀ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ, ਤੁਹਾਡਾ ਦਾਸ। ਆਓ ਅੰਦਰ ਆਓ। ਆਓ ਜੀ ਆਓ। ਚਲੋ ਬੇਟਾ ਅੰਦਰ ਜਾਈਏ। ਜੈ। ਜਿਹੜੇ ਪਾਸੇ ਦੇਖੋ ਤੇਰੀ ਹੁੰਦੀ ਜੈ ਜੈਕਾਰ, ਜਿਹੜੇ ਪਾਸੇ ਦੇਖੋ ਤੇਰੀ ਹੁੰਦੀ ਜੈ ਜੈਕਾਰ, ਖਿੱਚ ਕੇ ਲਿਆਉਂਦਾ ਤੇਰਾ ਭਗਤਾਂ ਨੂੰ ਪਿਆਰੇ, ਉੱਚੀ ਉੱਚੀ ਬੋਲਦੇ ਨੇ ਭਗਤ ਜੈਕਾਰੇ, ਉੱਚੀ ਉੱਚੀ ਬੋਲਦੇ ਨੇ ਭਗਤ ਜੈਕਾਰੇ, ਜਾਂਦੇ ਜਿਹੜੀ ਵੀ ਗਲੀ ਦੇ ਵਿੱਚੋਂ ਲੰਘਦੇ ਤੇਰੇ ਬੱਚੜੇ ਜੋਗੀਆਂ, ਤੇਰੇ ਤੋਂ ਦੀਦਾਰ ਤੇਰਾ ਮੰਗਦੇ ਤੇਰੇ ਬੱਚੜੇ ਜੋਗੀਆਂ, ਤੇਰੇ ਤੋਂ ਦੀਦਾਰ ਤੇਰਾ ਮੰਗਦੇ ਤੇਰੇ ਬੱਚੜੇ ਜੋਗੀਆਂ। ਬਈ ਜੈ ਬਾਬੇ ਦੀ ਗਿਆਨ। ਜੈ ਬਾਬੇ ਦੀ। ਬਈ ਸਖਚੈਨ ਕੋਈ ਨਹੀਂ, ਕਿੱਥੇ ਲਾਤੀ? ਉਹ ਮੈਂ ਤੈਨੂੰ ਡੀਦਾ ਡੀਦਾ ਬੁੱਢਾ ਹੋ ਗਿਆ। ਬਈ ਗਿਆਨ, ਗਰੀਬਾਂ ਦੀ ਦੇਰੀ ਦਾ ਤਾਂ ਤੈਨੂੰ ਪਤਾ ਹੀ ਹੈ, ਝੇੜਿਆਂ ਕਰਕੇ ਹੀ ਹੁੰਦੀ ਹੈ। ਚਲੋ ਅੰਦਰ, ਚਲੋ। ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਸੁਣਦੇ ਹਾਂ। ਆਓ ਜੀ ਆਓ ਜੀ ਆਓ। ਮਿਲਿਆ ਹੈ ਉਹੀ ਤੇਰੇ ਦਰ ਤੋਂ ਜੋ ਮੰਗਿਆ, ਤੇਰੇ ਨਾਮ ਵਿੱਚ ਲੱਗੀ ਫਿਰਦਾ ਏ ਰੰਗਿਆ, ਬੋਲਦਾ ਹੈ ਭੇਟਾ ਤੇਰੇ ਦਰ ਉੱਤੇ ਵਿਕੀ, ਬੋਲਦਾ ਹੈ ਭੇਟਾ ਤੇਰੇ ਦਰ ਉੱਤੇ ਵਿਕੀ, ਚੱਲ ਮੱਲੀਆਂ ਤੇ ਹੋਇਆ ਨਾਲ ਸੰਗਦੇ ਤੇਰੇ ਬੱਚੜੇ ਜੋਗੀਆਂ, ਤੇਰੇ ਤੋਂ ਦੀਦਾਰ ਤੇਰਾ ਮੰਗਦੇ ਤੇਰੇ ਬੱਚੜੇ ਜੋਗੀਆਂ, ਤੇਰੇ ਤੋਂ ਦੀਦਾਰ ਤੇਰਾ ਮੰਗਦੇ ਤੇਰੇ ਬੱਚੜੇ ਜੋਗੀਆਂ। ਬਈ ਸੁਖਚੈਨ, ਉੱਡਦੀ ਉੱਡਦੀ ਗੱਲ ਮੇਰੇ ਕੰਨੀ ਪਈ ਆ ਕਿ ਉਹ ਅਮਰਵੀਰ ਤੇ ਉਹਦੇ ਸਾਥੀਆਂ ਦੀ ਤੇਰੇ ਨਾਲ ਹੱਥੋਂ ਪਾਈ ਹੋਈ ਹੈ। ਕੀ ਇਹ ਸੱਚ ਆ? ਸੇਠ ਜੀ, ਤੁਹਾਡੇ ਕੋਲੋਂ ਕੀ ਲੁਕਾਉਣਾ? ਦਰਅਸਲ ਉਸ ਦਿਨ ਅਮਰਵੀਰ ਤੇ ਉਸਦੇ ਸਾਥੀ ਆਪਣੇ ਪਿੰਡ ਵਾਲੇ ਮਹੰਤ ਦੇ ਨਜਾਇਜ਼ ਐਵੇਂ ਗਲ ਪੈ ਗਏ। ਅੱਛਾ। ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਵੀ ਖੈਬੜ ਪਏ। ਦੱਸੋ ਇਹਦੇ ਵਿੱਚ ਭਲਾ ਮੇਰਾ ਕੀ ਕਸੂਰ? ਚੰਗਾ ਹੋਇਆ ਤੇ ਮੈਨੂੰ ਸਾਰੀ ਅਸਲ ਕਹਾਣੀ ਦੱਸ ਦਿੱਤੀ ਹੈ। ਮੈਂ ਉਹਨਾਂ ਨਾਲ ਗੱਲ ਕਰੂੰਗਾ, ਪਰ ਤੂੰ ਇਸ ਗੱਲ ਦੀ ਕੋਈ ਚਿੰਤਾ ਨਾ ਕਰੀ। ਅੱਛਾ ਫਿਰ ਮੈਂ ਹੁਣ ਚੱਲਦਾ। ਜੈ ਬਾਬੇ। ਜੈ ਬਾਬੇ। ਆ ਲਓ ਪਾਣੀ। ਤੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ। ਘਰੋਂ ਆਂਦਾ ਤਾਂ ਤੂੰ, ਘਰੋਂ ਜਾਂਦਾ ਤਾਂ ਤੂੰ, ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ। ਮੇਰੀਆਂ ਤਾਂ ਤੂੰ ਇਹਨਾਂ ਅੱਖਾਂ ਖਰਾਬ ਹੋ ਗਈਆਂ ਤੇ ਤੁਹਾਡੇ ਉਸ ਭਰਾ ਤੇ ਕੋਈ ਅਸਰ ਹੀ ਨਹੀਂ ਹੁੰਦਾ। ਉਹ ਬਸ ਕਰ, ਮੈਂ ਤੇਰੇ ਨਾਲੋਂ ਘੱਟ ਦੁਖੀ ਨਹੀਂ ਹੈਗਾ। ਚਾਚੀ ਪਲੀਜ਼ ਮੈਨੂੰ ਹੋਮਵਰਕ ਕਰਾ ਦਿਓ। ਜਾ ਜਾ ਕੇ ਦਫਾ ਹੋ, ਨਾਲੇ ਤੈਨੂੰ ਮੈਂ ਖਾਣ ਨੂੰ ਦਵਾਂ, ਨਾਲੇ ਤੇਰੇ ਕੱਪੜੇ ਧੋਵਾਂ ਤੇ ਨਾਲੇ ਤੈਨੂੰ ਕੰਮ ਵੀ ਕਰਾਵਾਂ। ਜਾ ਜਾ ਕੇ ਆਪਣੇ ਪੇਟ ਤੋਂ ਕਰਵਾ, ਆਖੇ ਮੈਨੂੰ ਹੋਮਵਰਕ ਕਰਾ ਦਿਓ। ਉਹ ਗੱਲ ਪੂਰਾ ਇਧਰ। ਉਹ ਤੈਨੂੰ 20 ਵਾਰੀ ਕਿਹਾ ਜਦੋਂ ਅਸੀਂ ਦੋਨੇ ਗੱਲਾਂ ਕਰਦੇ ਹੋਈਏ ਵਿੱਚ ਨਾ ਬੋਲਿਆ ਕਰ। ਹੋਮਵਰਕ ਕਰਾ ਦੋ, ਚੱਲ ਜਾ ਤੂੰ ਜੱਦਿਆ ਹੋਮਵਰਕ ਦਾ। ਹੈਲੋ, ਉਹ ਛੱਡੋ ਯਾਰ, ਹੈਂ ਬਾਅਦ 'ਚ ਕਰੋ ਗੱਲ। ਹਾਂ ਉਹੀ ਗੱਲ ਕਰੋ ਬੰਦ। ਪੈਰੋਂ ਸਿਆ ਡਗਿਆ ਫੋਨ ਤੇ। ਉਹ ਡਰਨਾ ਡਰਨਾ ਕੀ ਆ, ਐਵੇਂ ਵਕਤ ਨੂੰ ਧੱਕਾ ਦਿੰਦੇ ਆ ਬਸ। ਚਾਚਾ ਜੀ ਹੁਣ ਕੀ ਹੋ ਗਿਆ? ਉਹ ਇਹਨਾਂ ਦਾ ਨਵਾਂ ਕੀ ਹੋਣਾ ਹੈ? ਉਹੀ ਪੁਰਾਣਾ ਸੇਠ ਵਾਲਾ ਸਿਆਪਾ ਹੋਣਾ ਕੋਈ। ਉਹ ਛੱਡੋ ਯਾਰ, ਤੁਸੀਂ ਦੱਸੋ ਕਿਵੇਂ ਆਉਣੇ?
ਉਹ ਹੋਣਾ ਕੀ ਹੈ ਭੈਰੋ ਸਿੰਘ, ਤੁਹਾਡਾ ਵਿਗੜਿਆ ਹੋਇਆ ਤੇ ਫੈਕਟਰੀ 'ਚ ਆਪਣੇ ਆਪ ਨੂੰ ਲੇਬਰ ਦਾ ਪ੍ਰਧਾਨ ਸਮਝਣ ਵਾਲਾ ਸੁੱਚਾ ਹੈ। ਅੱਜ ਤੋਂ ਬਾਅਦ ਕੰਮ ਤੇ ਨਜ਼ਰ ਨਹੀਂ ਹੋਣਾ ਚਾਹੀਦਾ। ਉਹ ਹੁਣ ਉਹਨੇ ਕੀ ਕੰਮ ਵਕਤ ਨੇ ਕਰਤਾ? ਚਾਚਾ ਜੀ ਤੁਸੀਂ ਇਹ ਪੁੱਛੋ ਕਿ ਉਹਨੇ ਕੀ ਨਹੀਂ ਕੀਤਾ। ਓਏ ਉਹਨੇ ਅਮਰਵੀਰ ਤੇ ਸਾਥੀਆਂ ਤੇ ਹੱਥ ਚੁੱਕਿਆ। ਉਹ ਸਾਡਾ ਖਾ ਕੇ ਤੇ ਸਾਡੇ ਨਾਲ ਹੀ ਆਕੜ, ਅਹੇ ਸਾਡੀ ਬਿੱਲੀ ਤੇ ਸਾਨੂੰ ਹੀ ਮਿਆਓ। ਚਲੋ ਡੈਡ ਚਲੀਏ। ਸਮਝ ਗਿਆ ਨਾ? ਕੋਈ ਗੱਲ ਹੀ ਨਹੀਂ, ਤੁਸੀਂ ਉਹਦਾ ਪੱਤਾ ਕੱਚਾ ਹੀ ਸਮਝੋ। ਹਾਂ ਤੂੰ ਦੱਸ ਕਿੱਦਾਂ ਆ? ਤੇਰੀ ਕਸਰ ਰਹਿੰਦੀ ਸੀ। ਸੇਠ ਜੀ ਜੇ ਗੁੱਸਾ ਨਾ ਕਰੋ ਤਾਂ ਮੈਂ ਇੱਕ ਗੱਲ ਕਵਾਂ। ਹਾਂ ਕਹਿ। ਸੇਠ ਜੀ ਮੈਨੂੰ 2000 ਰੁਪਇਆ ਚਾਹੀਦਾ ਸੀ। ਪਿੰਡ ਮੇਰੀ ਮਾਂ ਬਿਮਾਰ ਹੈ, ਉਹਦੇ ਇਲਾਜ ਲਈ ਭੇਜਣੇ ਹੈ। ਉਹ ਮੈਂ ਇੱਥੇ ਪੈਸੇ ਬਣਾਉਣ ਡਿਆ ਆ, ਜਾ ਜਾ ਕੇ ਉਹਦੇ ਕੋਲੋਂ ਲੈ ਲਾ, ਜਿਹਦੇ ਹਰ ਵੇਲੇ ਮੋਹੀ ਚੜਿਆ ਰਹਿੰਦਾ ਸੀ। ਪੈਸੇ ਲੈਣੇ ਆ। ਵੱਡੇ ਸੇਠ ਜੀ ਘਰੇ ਨਹੀਂ, ਤੁਸੀਂ ਪੈਸਾ ਤਾਂ ਨਾ ਕਰਿਓ, ਮੈਨੂੰ ਪੈਸੇ ਦੇ ਦਿਓ, ਕਿਤੇ ਮੇਰੀ ਮਾਂ ਪੈਸੇ ਦਾ ਦੁੱਖ ਨਾ ਮਾਰੀ ਜਾਵੇ। ਸੇਠ ਜੀ ਮੈਨੂੰ ਪੈਸੇ ਦੇ ਦਿਓ। ਉਹ ਕਿਤਨੇ ਤੇਰੀ ਮਾਂ ਮਰ ਚੱਲੀ, ਜਾ ਤਮਾਂ ਜਾ, ਹੈ ਨਹੀਂ ਮੇਰੇ ਤੋਂ ਪੈਸੇ ਪੂਸੇ। ਜਦੋਂ ਦੇਖੋ ਪੈਸੇ ਦੇ ਦੋ ਪੈਸੇ ਦੇ ਦੋ। ਚੱਲ ਜਾ ਕਿਤਨੀ ਪਹਾੜ ਦੇ ਚੱਲਿਆ। ਰੀਮਾ ਤੂੰ ਇਸ ਵੇਲੇ ਕਿੱਧਰ ਜਾ ਰਹੀ ਹੈ? ਬਾਜ਼ਾਰੋਂ ਆ ਰਹੀ ਹਾਂ, ਪਰ ਤੁਸੀਂ ਦੱਸੋ ਇੱਧਰ ਕਿਵੇਂ? ਦਰਅਸਲ ਮੇਰਾ ਬਣਦਾ ਕੈਨੇਡਾ ਦਾ ਕੰਮ ਤੇ ਮੈਂ ਕਿਸੇ ਨੂੰ ਪਾਸਪੋਰਟ ਜਲਦੀ ਲੈਣ ਵਾਸਤੇ ਕਿਹਾ ਸੀ, ਉਸੇ ਚੱਕਰ ਵਿੱਚ ਹੀ ਉਹਦੇ ਵੱਲ ਹੀ ਚੱਲਿਆ। ਰਾਜਵੀਰ ਤੁਸੀਂ ਕੈਨੇਡਾ ਜਾ ਰਹੇ ਹੋ? ਜੇ ਤੁਸੀਂ ਕੈਨੇਡਾ ਚਲੇ ਗਏ ਤਾਂ ਮੇਰਾ ਕੀ ਬਣੇਗਾ? ਰੀਮਾ ਇਸ ਦੁਨੀਆ ਵਿੱਚ ਅਮੀਰ ਮੁੰਡਿਆਂ ਦੀ ਕੋਈ ਕਮੀ ਨਹੀਂ ਨਾ ਹੈਗੀ, ਤੂੰ ਵੀ ਲੱਭ ਲਈ ਕੋਈ ਮੇਰੇ ਵਰਗਾ ਅਮੀਰ ਮੁੰਡਾ। ਰਾਜਵੀਰ ਅੱਡੀ ਨਜ਼ਰ 'ਚ ਪਿਆਰ ਸ਼ਾਇਦ ਇੱਕ ਤਮਾਸ਼ਾ ਹੈ, ਪਰ ਤੁਸੀਂ ਇਹ ਭੁੱਲ ਬੈਠੇ ਹੋ ਕਿ ਮੈਂ ਸੱਚੇ ਦਿਲੋਂ ਤੁਹਾਨੂੰ ਪਿਆਰ ਕੀਤਾ ਹੈ। ਰੀਮਾ ਮੇਰੇ ਕੋਲ ਤੇਰੀਆਂ ਫालतू ਗੱਲਾਂ ਲਈ ਵਕਤ ਨਹੀਂ ਹੈਗਾ। ਆ ਚੁੱਕ ਪੈਸੇ, ਜੇ ਤੈਨੂੰ ਹੋਰ ਜ਼ਰੂਰਤ ਪਈ ਨਾ ਤੇ ਮੈਂ ਹੋਰ ਭੇਜ ਦਿਆਂਗਾ, ਪਰ ਤੂੰ ਮੇਰਾ ਖਹਿੜਾ ਛੱਡ। ਵੇ ਭੈਰੋ ਸਿਆਂ, ਮੈਂ ਕੁਝ ਦਿਨਾਂ ਵਾਸਤੇ ਮੁਜ਼ੱਫਰਪੁਰ ਚੱਲਿਆ ਤੇ ਉੱਥੇ ਮੇਰੀ ਕੁਝ ਪਾਰਟੀਆਂ ਦੇ ਨਾਲ ਬਿਜ਼ਨਸ ਦੇ ਮਾਮਲੇ ਦੇ ਵਿੱਚ ਮੀਟਿੰਗ ਹੈ ਤੇ ਮੇਰੇ ਪਿੱਛੋਂ ਕਾਰੋਬਾਰ ਦਾ ਪੂਰਾ ਧਿਆਨ ਰੱਖੀ। ਤੇ ਹਾਂ, ਔਰ ਮਾਂ ਨੂੰ ਸਮੇਂ ਸਿਰ ਤਿਆਰ ਕਰਕੇ ਸਕੂਲ ਭੇਜਦੇ ਰਹੀਓ। ਅੱਛਾ ਫਿਰ ਮੈਂ ਚੱਲਦਾ। ਕਾਰੋਬਾਰ ਦਾ ਖਿਆਲ ਮੈਂ ਪੂਰਾ ਰੱਖੂੰ। ਇਸ ਸਪੋਰੀਅਨ ਦਾ ਆਣ ਕੇ ਮੈਂ ਬਾਅਦ ਚ ਨਿਪਟਦਾ, ਪਹਿਲਾਂ ਜੈਨ ਨੂੰ ਸੁਧਾ ਕਰਨਾ। ਸੇਠ ਜੀ ਚਾਹ ਪੀ ਲਓ, ਬੜੀ ਮਿਹਨਤ ਨਾਲ ਬਣਾਈ। ਤੈਨੂੰ ਕਿੰਨੀ ਵਾਰੀ ਕਿਹਾ ਵਾ, ਜਦੋਂ ਕਿਤੇ ਜਾਣ ਲੱਗੀ ਤਾਂ ਵਿੱਚ ਨਾ ਬੋਲਿਆ ਕਰ, ਇਹਨੂੰ ਆਪਣੇ ਸਿਰ 'ਚ ਪਾ ਲਾ। ਵਿਗਿਆਨਿਆ ਉਦਾਸ ਕਿਉਂ ਨਾ? ਲੈ ਫੜਾ ਚਾਦਰ, ਮੈਂ ਪੀਨੀ ਆ। ਮਰਨ ਦੇ ਇਹਨਾਂ ਨੂੰ ਤੇ ਮੈਂ ਤਾਂ ਅੱਗੇ ਚਾਹੁੰਦੀ ਆ ਇਹਦੇ ਤੇ ਇਹਦੀ ਤੀਵੀਂ ਦੇ ਢਿੱਡ 'ਚ ਪਵੇ ਕੱਖ ਨਾ। ਸਲਮਾਨ ਬੇਟੇ, ਮੈਂ ਕੁਝ ਦਿਨਾਂ ਲਈ ਬਾਹਰ ਜਾ ਰਿਹਾ ਤੇ ਮੇਰੇ ਪਿੱਛੋਂ ਆਪਣੇ ਚਾਚਾ ਤੇ ਚਾਚੀ ਨੂੰ ਤੰਗ ਨਾ ਕਰੀ। ਅੱਛਾ? ਤੇ ਹਾਂ, ਮੇਰੇ ਪਿੱਛੋਂ ਬਾਬਾ ਜੀ ਦੀ ਹਰ ਰੋਜ਼ ਜੋਤ ਜਗਾਉਂਦਾ ਰਹੀ। ਠੀਕ ਹੈ? ਜੈ ਬਾਬੇ ਦੀ। ਜੈ ਬਾਬੇ ਦੀ ਬੇਟੇ। ਸੇਠ ਜੀ ਤੁਸੀਂ ਇੱਥੇ ਮੈਨੂੰ ਹੁਕਮ ਕਰਦੇ, ਮੈਂ ਹਾਜ਼ਰ ਹੋ ਜਾਂਦਾ। ਕੀ ਤੂੰ ਗੁੰਡਾਗਰਦੀ ਚੁੱਕੀ ਆ? ਕਦੇ ਤੂੰ ਫੈਕਟਰੀ ਜਾ ਕੇ ਮਜ਼ਦੂਰਾਂ ਨੂੰ ਭਕਾਉਣਾ ਫਿਰਨਾ ਤੇ ਕਦੇ ਵੱਡੇ ਸੇਠ ਨੂੰ ਦੱਸਣਾ ਤਨਖਾਹ ਦੇ ਬਾਰੇ, ਤੇ ਹੁਣ ਤੂੰ ਇੰਨਾ ਵੱਧ ਗਿਆ ਕਿ ਤੂੰ ਸਾਡੀ ਔਲਾਦ ਤੇ ਵੀ ਹੱਥ ਚੁੱਕਣ ਲੱਗ ਪਿਆ। ਪਰ ਸੇਠ ਜੀ ਉਦਣ ਵਾਲੀ ਗੱਲ 'ਚ ਮੇਰਾ ਤਾਂ ਕੋਈ ਕਸੂਰ ਨਹੀਂ। ਮੈਂ ਤਾਂ ਅਮਰਵੀਰ ਤੇ ਉਸਦੇ ਸਾਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੇਰੇ ਨਾਲ ਹੀ ਖੈਬੜ ਪਏ। ਓਏ ਤੂੰ ਡੀਸੀ ਲੱਗਾ, ਉਹਨਾਂ ਨੂੰ ਸਮਝਾਉਣ ਵਾਲਾ ਆਪਣੀ ਔਕਾਤ ਵਿੱਚ ਰਹਿ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਪਰ ਸੇਠ ਜੀ ਮੈਂ ਬਸ ਜ਼ਿਆਦਾ ਸਫਾਈਆਂ ਦੇਣ ਦੀ ਕੋਈ ਜ਼ਰੂਰਤ ਨਹੀਂ, ਤੇ ਅੱਜ ਤੋਂ ਬਾਅਦ ਤੂੰ ਮੈਨੂੰ ਫੈਕਟਰੀ 'ਚ ਨਜ਼ਰ ਨਹੀਂ ਆਉਣਾ ਚਾਹੀਦਾ।
समझा? ਵੀਰ ਜੀ ਤੁਸੀਂ ਉਸ ਦਿਨ ਸਾਡੇ ਨਾਲ ਝੂਠ ਬੋਲਿਆ ਸੀ ਪਲੀਜ਼ ਮੁੜ ਕੇ ਸਾਡੇ ਨਾਲ ਕਦੀ ਝੂਠ ਨਾ ਬੋਲਣਾ ਜੇ ਤੁਹਾਨੂੰ ਕੁਝ ਹੋ ਜਾਂਦਾ ਤਾਂ ਸਾਡਾ ਕੀ ਬਣਨਾ ਸੀ ਚੱਲੀ ਨਾ ਹੋਵੇ ਤਾਂ ਐਵੇਂ ਚਿੱਤ ਹੌਲਾ ਨਹੀਂ ਕਰੀਦਾ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਨਹੀਂ ਦੇਈ ਜਾ ਜਾ ਕੇ ਆਪਣੀ ਪੜ੍ਹਾਈ ਤੇ ਧਿਆਨ ਦੇ ਤੁਹਾਨੂੰ ਕਿੰਨੀ ਵਾਰੀ ਆਖਿਆ ਕਿ ਜਣੇ ਖਣੇ ਦੀ ਲੜਾਈ ਵਿੱਚ ਗਾਂਹ ਹੋ ਕੇ ਨਾ ਬੋਲਿਆ ਕਰੋ ਨਾ ਤੁਹਾਨੂੰ ਕੀ ਲੋੜ ਸੀ ਸੇਠਾਂ ਦੇ ਮੁੰਡਿਆਂ ਨੂੰ ਸਮਝਾਉਣ ਦੀ ਮਰਦੇ ਸੀ ਤਾਂ ਮਰਨ ਦੇਣਾ ਸੀ ਤੁਹਾਡਾ ਤਾਂ ਘਰੇ ਵੀ ਇਹੀ ਹਾਲ ਤੇ ਬਾਹਰ ਵੀ ਪਤਾ ਨਹੀਂ ਕਿੱਥੋਂ ਪੱਲੇ ਪੈ ਗਿਆ ਮੇਰੇ ਵੱਡਾ ਧਰਮਾਤਮਾ ਬਾਲਾ ਚਿੜਚਿੜ ਨਾ ਕਰ ਜਦੋਂ ਦੇਖੋ ਮੇਰਾ ਮੂਡ ਖਰਾਬ ਕਰ ਦਿੰਦੀ ਹੈ ਜਾ ਜਾ ਕੇ ਕੰਮ ਕਰ ਇਹ ਸਾਰਾ ਟੱਬਰ ਕਿਆ ਕਿੱਥੇ ਹੋਊਗਾ ਆਪਾਂ ਤਾਂ ਧੱਕੇ ਮਾਰ-ਮਾਰ ਕੱਢਨੇ ਸੀ ਆਪੇ ਹੀ ਦਫਾ ਹੋ ਗਏ ਓਏ ਸਾਰਾ ਚਮਤਕਾਰ ਤੁਹਾਡੇ ਸ਼ੈਤਾਨ ਕੋਲੋਂ ਦੇਖਿਆ ਨਾ ਇਹ ਤੁਹਾਡਾ ਚਾਚਾ ਭੈਰੋ ਸਿੰਘ ਕਿਵੇਂ ਮੇਰੇ ਇਸ਼ਾਰਿਆਂ ਤੇ ਨੱਚਦਾ ਫਿਰਿਆ ਕਰਦਾ ਮੁਬਾਰਕਪੁਰ ਵਾਲੀਆਂ ਫੈਕਟਰੀਆਂ ਤੇ ਆਪਣੀਆਂ ਹੋਈ ਗਈਆਂ ਤੇ ਸੇਠਾਂ ਦਾ ਇਹ ਵੱਡਾ ਘਰ ਜਿਸ ਦਿਨ ਭੈਰੋ ਨੇ ਜਰਾ ਵੀ ਜ਼ਿਆਦਾ ਪੀੜੀ ਉਹ ਵੀ ਸਮਝੋ ਆਪਣਾ ਹੋਇਆ ਵੈਰੀ ਗੁੱਡ ਡੈਡ ਮੰਨ ਗਿਆ ਡੈਡ ਤੁਹਾਡੀਆਂ ਸਕੀਮਾਂ ਵਾਹ ਸੇਠਾਂ ਦੀ ਲੜਾਈ ਤੇ ਸਾਡੀ ਕਮਾਈ ਤੁਸੀਂ ਕਦੋਂ ਆਏ ਵੇ ਅਰਮਾਨ ਤੇ ਮਨਾਕਸ਼ੀ ਨਜ਼ਰ ਨਹੀਂ ਆ ਰਹੇ ਭੈਰੋ ਸਿੰਘ ਅਸੀਂ ਤੇ ਕਾਫੀ ਦੇਰ ਤੇ ਆਏ ਆ ਆ ਗਿਆਨ ਆਇਆ ਸੀ ਤੇ ਆ ਪਾਣੀ ਦੇ ਗਲਾਸ ਫੜਾ ਕੇ ਉਹ ਵੀ ਚਲਾ ਗਿਆ ਬਾਅਦ ਚ ਨਜ਼ਰ ਹੀ ਨਹੀਂ ਆਇਆ हेलो हाँ जी की क्या सेठ जी ने एक्सीडेंट हो गया सिक्की करा निकल ਅਸੀਂ ਬਰਬਾਦ ਹੋ ਗਏ ਹੋਇਆ ਚਾਚਾ ਜੀ ਹੋਇਆ ਕੀ ਹੈ ਸਾਨੂੰ ਵੀ ਤਾਂ ਦੱਸੋ ਵੱਡੇ ਸੇਠ ਜੀ ਦਾ ਐਕਸੀਡੈਂਟ ਹੋ ਗਿਆ ਉਹ ਇਸ ਨੂੰ ਜੰਚ ਨਹੀਂ ਰਿਹਾ ਕੀ ਗੱਲ ਹੋਈ ਮੂੰਹ ਕਿਉਂ ਲਟਕਾਈ ਖੜੇ ਹੋ ਵੱਡੇ ਸੇਠ ਦਾ ਐਕਸੀਡੈਂਟ ਹੋ ਗਿਆ ਉਹ ਦੁਨੀਆ ਵਿੱਚ ਨਹੀਂ ਰਿਹਾ ਅਸੀਂ ਲੁੱਟੇ ਗਏ ਇਹ ਤੇਰਾ ਬਾਪ ਇਸ ਵਿੱਚ ਨਹੀਂ ਰਿਹਾ ਅਸੀਂ ਕੀ ਕਰਾਂਗੇ ਭੈਰੋ ਸਿੰਘ ਹੌਸਲਾ ਰੱਖ ਉਹ ਜ਼ਿੰਦਗੀ 'ਚ ਏਦਾਂ ਦੇ ਛੋਟੇ ਮੋਟੇ ਹਾਦਸੇ ਤੇ ਹੁੰਦੇ ਰਹਿੰਦੇ ਨੇ ਹੌਸਲਾ ਕਰ ਅਸੀਂ ਕੀ ਕਰਾਂਗੇ ਨਾ ਹੋਰ ਕਿੰਨੇ ਕੁ ਦਿਨ ਏਦਾਂ ਤੁਸੀਂ ਮੂੰਹ ਲਟਕਾਈ ਬੈਠੇ ਰਹੋਗੇ ਹੈ ਸਿਆਣੇ ਆਖਦੇ ਆ ਜਿਹੜਾ ਬੰਦਾ ਇੱਕ ਵਾਰੀ ਚਲਾ ਗਿਆ ਉਹ ਮੁੜ ਕੇ ਨਹੀਂ ਆਉਂਦਾ ਨਾਲੇ ਆਪਣੇ ਲਈ ਤਾਂ ਇਹ ਚੰਗਾ ਹੀ ਹੋਇਆ ਕਿੱਥੇ ਆਪਾਂ ਉਹਨੂੰ ਮਾਰਨ ਦੀਆਂ ਸਕੀਮਾਂ ਕਰਦੇ ਕਿੱਥੇ ਉਹ ਆਪੇ ਗੱਡੀ ਚੜ ਗਿਆ ਉਹ ਮੇਰਾ ਮੂੰਹ ਸੇਠ ਦੀ ਮੌਤ ਕਰਕੇ ਨਹੀਂ ਲਟਕਿਆ ਬੇਈਮਾਨ ਬਲਵੰਤ ਦੇ ਮੁੰਡਿਆਂ ਦੀ ਦਗਾਬਾਜੀ ਕਰਕੇ ਲਟਕਿਆ ਤੁਸੀਂ ਇਹ ਕੀ ਆਖਦੇ ਹੋ ਉਹ ਤਾਂ ਸ਼ੁਰੂ ਤੋਂ ਹੀ ਸਾਡਾ ਭਲਾ ਚਾਹੁੰਦੇ ਆ ਰਹੇ ਉਹ ਕਿੱਥੇ ਭਲਾ ਚਾਹੁੰਦੇ ਆ ਰਹੇ ਆ ਹਾਥੀ ਦੇ ਦੰਦ ਦਿਖਾਣ ਨੂੰ ਹੋਰ ਤੇ ਖਾਣ ਨੂੰ ਹੋਰ ਦੇ ਵਾਂਗ ਉਹ ਸਾਨੂੰ ਕਹਿੰਦੇ ਕੁਝ ਰਹੇ ਤੇ ਕਰਦੇ ਕੁਝ ਰਹੇ ਉਹਨਾਂ ਨੇ ਧੋਖੇ ਨਾਲ ਮੁਬਾਰਕਪੁਰ ਵਾਲੀਆਂ ਫੈਕਟਰੀਆਂ ਤੇ ਤਾਂ ਕਬਜ਼ਾ ਕਰ ਹੀ ਲਿਆ ਹੁਣ ਉਹਨਾਂ ਦੀ ਨਿਗਾਹ ਸਾਡੀ ਇਸ ਕੋਠੀ ਵੱਲ ਹੈ ਇਹ ਮੈਂ ਦੇਖਦਾ ਉਹਨਾਂ ਦੀ ਚੋਰ ਬਜਾਰੀ ਹੁਣ ਕਿੰਨਾ ਕੁ ਦਿਨ ਚੱਲਦੀ ਹੈ ਕੀ ਹੋ ਗਿਆ ਭਾਜੀ ਲੱਗਦਾ ਚੋਰਾਂ ਨੂੰ ਮੋਰ ਪੈ ਗਏ ਹੁਣ ਆਈ ਹੈ ਖੋਤੀ ਬੋੜ ਥੱਲੇ ਲਾਲਚੀਓ ਮਰਾ ਪਰਾਂ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦੀ ਸੀਗੀ ਪਤਾ ਨਹੀਂ ਕਿੱਥੋਂ ਆ ਗਈ ਕਲੈਣੀ ਜੀ ਉਹਨਾਂ ਬਾਰੇ ਬਾਅਦ ਸੋਚਿਓ ਪਹਿਲਾਂ ਆਪਣੇ ਭਤੀਜੇ ਅਰਮਾਨ ਤੇ ਇਸ ਚੜੇਲ ਦਾ ਬੰਦੋਬਸਤ ਕਰੋ ਜੀਂਦੇ ਜੀ ਇਹ ਵੀ ਅੱਧੀ ਜਾਇਦਾਦ ਦੇ ਵਾਰਿਸ ਨੇ ਅਰਮਾਨ ਨੂੰ ਟਿਕਾਣੇ ਲਾਉਣ ਬਾਰੇ ਤਾਂ ਮੈਂ ਸੋਚ ਲਿਆ ਰਾਤ ਨੂੰ ਦੁੱਧ ਤੇ ਪੀਂਦਾ ਈ ਮੈਂ ਤੈਨੂੰ ਜ਼ਹਿਰ ਲਿਆ ਦਾਂਗਾ ਤੂੰ ਉਹਨੂੰ ਦੁੱਧ 'ਚ ਪਾ ਕੇ ਦੇ ਦੇਈਂ ਉਹਦਾ ਕੰਮ ਹੋਇਆ ਸਮਝ ਸਵੇਰ ਨੂੰ ਰੌਲਾ ਪਾ ਦਿਆਂਗੇ ਆਪਣੇ ਪਿਓ ਦਾ ਦੁੱਖ ਨਾ ਸਹਾਰਦਾ ਹੋਇਆ ਚੱਲ ਬਸਿਆ ਤੇ ਰਹੀ ਗੱਲ ਹਰਨਾਮੂ ਦੀ ਉਹਦੇ ਬਾਰੇ ਵੀ ਮੈਂ ਸੋਚ ਲਾਂਗਾ ਕੀ ਕਰਨਾ ਹੈ ਠੀਕ ਹੈ ਨਾ ਤੁਹਾਡੀ ਬੜੀ ਵਧੀਆ ਏ ਬੱਚੇ ਅਰਮਾਨ ਇਹ ਤੋਂ ਪਹਿਲਾਂ ਕੀ ਤੈਨੂੰ ਨੁਕਸਾਨ ਪਹੁੰਚਾਉਣ ਚੱਲ ਇੱਥੋਂ ਆਪਾਂ ਨੱਠ ਚੱਲੀਏ ਚੱਲ
ਚਲੋ ਆਪਾਂ ਕੁਝ ਖਾ ਪੀ ਲਈਏ। ਕਿੰਨੇ ਦਿਨ ਹੋ ਗਿਆ ਚੱਜ ਨਾਲ ਕੁਝ ਖਾਦਾ ਹੀ ਨਹੀਂ। ਚੱਲ ਮੰਮੀ ਹਿੱਸਾ ਲੈਣਾ, ਮੰਮੀ ਹਿੱਸਾ ਲੈਣਾ। ਜਾ ਜਾ ਦਬਦੇ ਸਰਿਆ ਅੰਦਰ ਜਾ ਮੰਮੀ ਕੇ ਹਿੱਸਾ ਲੈਣਾ, ਮੰਮੀ ਹਿੱਸਾ ਲੈਣਾ। ਨਾ ਤੂੰ ਕਿੱਥੇ ਚੱਲੀ ਆ ਬੋਰੀ ਬਿਸਤਰਾ ਚੁੱਕ ਕੇ? ਘਰ ਜਾ ਕੇ ਪੁੱਛ ਲੈ ਮੇਰੀ ਰਾਣੀ ਨੂੰ। ਜਿਹੜੀ ਰਾਣੀ ਬੜੀ ਬੈਠੀ ਹੈ, ਜਿਹਦਾ ਮਣੀ ਦੇ ਨਾਲ ਬੈਠਾ ਹੁੰਦਾ, ਬਾਹਰ ਕਿਸੇ ਥਾਂ ਨਹੀਂ। ਉਹਨੇ ਤੈਨੂੰ ਕੀ ਕਹਿਤਾ? ਤੂੰ ਵੀ ਤਾਂ ਬੋਲਣ ਲੱਗੀ, ਅੱਗਾ ਪਿੱਛਾ ਨਹੀਂ ਦੇਖਦੀ, ਜੋ ਮੂੰਹ ਆਇਆ ਬਕਦੀ ਰਹਿੰਦੀ ਆ। ਨਾ ਜਦ ਮੈਂ ਬੋਲੀ ਨਹੀਂ, ਹੁਣ ਪਤਾ ਲੱਗੂ। ਚੱਲੀ ਮੈਂ ਗੁਰਮੀਤਾਂ ਨੂੰ ਲੈਣ, ਇਹ ਦੱਸੂ ਮੈਨੂੰ। ਤੂੰ ਮੈਨੂੰ ਕੀ ਦੱਸਣਾ? ਉਹ ਮਰ ਗਿਆ, ਮੇਰੇ ਕੋਲ ਹਿੱਸੇ ਲੈਂਦਾ। ਚੱਲ ਲੈ ਜਾ ਕੇ ਗੁਰਮੀਤਾਂ ਨੂੰ, ਲੈ ਲਓ ਮੇਰੇ ਕੋਲ ਹਿੱਸਾ। ਹਾਂ ਕੋਈ ਨਹੀਂ, ਲੱਗ ਜੂ ਪਤਾ ਕਿੰਨੇ 200 ਹੁੰਦਾ। ਉਹ ਜਾ ਲਾ ਲਓ, ਮੈਨੂੰ ਪਤਾ। ਦਫਾ ਹੋ ਇੱਥੋਂ। ਲੈ ਜਾਣਾ ਮੈਂ ਆਪਣੇ ਮੁੰਡੇ ਨੂੰ ਵੀ ਨਾਲ। ਉਹ ਲੈ ਜਾ, ਮੈਂ ਕਿਹਾ ਮੁੰਡੇ ਨੂੰ ਵੀ ਨਾਲ। ਜੈ ਬਾਬੇ ਦੀ ਸਰਕਾਰ। ਜੈ ਬਾਬੇ ਦੀ। ਸੁਖਚੈਨ, ਉਹ ਤੁਹਾਡੇ ਸੇਠ ਦੇ ਮੁੰਡੇ ਦੀ ਗੁੰਮਸ਼ੁਦਗੀ ਦਾ ਕੁਝ ਪਤਾ ਲੱਗਿਆ? ਬਾਬਾ ਜੀ ਹਾਲੇ ਤੱਕ ਤੇ ਕੁਝ ਵੀ ਪਤਾ ਥੋ ਨਹੀਂ ਲੱਗਾ ਅਰਮਾਨ ਦਾ। ਕਈ ਦਿਨ ਹੋ ਗਏ ਉਸ ਨੂੰ ਘਰੋਂ ਲਾਪਤਾ ਹੋਏ। ਛੋਟੇ ਸੇਠ ਜੀ ਵੀ ਇਸੇ ਚੱਕਰ ਦੇ ਵਿੱਚ ਨੱਠੇ ਭੱਜੇ ਫਿਰਦੇ ਨੇ। ਜੈ ਬਾਬੇ ਦੀ ਸੇਠ ਜੀ। ਜੈ ਬਾਬੇ ਤਾਂ ਹੋਇਆ ਉਹ। ਅਰਮਾਨ ਦਾ ਕੁਝ ਪਤਾ ਲੱਗਾ? ਪਤਾ ਸਵਾਲ ਲੱਗਣਾ, ਤੁਸੀਂ ਸੱਚ ਦੱਸ ਦਿਓ, ਸਾਡਾ ਪੁੱਤਰ ਕਿੱਥੇ ਆ? ਨਹੀਂ ਤਾਂ ਮੈਂ ਚੱਲਿਆ ਤੁਹਾਡੇ ਖਿਲਾਫ ਥਾਣੇ। ਕਿਉਂ ਭਗਤਾ, ਤੈਨੂੰ ਇਹ ਲੱਗਦਾ ਹੈ ਕਿ ਅਰਮਾਨ ਦੀ ਗੁੰਮਸ਼ੁਦਗੀ 'ਚ ਸਾਡਾ ਹੱਥ ਹੈ? ਮੈਨੂੰ ਤੁਹਾਡੇ ਤੇ ਵੀ ਸ਼ੱਕ ਹੈ। ਸੇਠ ਜੀ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਮਜਬੂਰ ਹੋ ਕੇ ਕਹਿ ਰਿਹਾ ਕਿ ਦੌਲਤ ਦੇ ਨਸ਼ੇ ਦੇ ਵਿੱਚ ਇਨਸਾਨ ਨੂੰ ਇੰਨਾ ਵੀ ਚੂਰ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਚੰਗੇ ਮਾੜੇ ਦਾ ਫਰਕ ਹੀ ਭੁੱਲ ਜਾਵੇ। ਪੈਰੋ ਸਿੰਘ, ਸੁਖਚੈਨ ਠੀਕ ਆਖ ਰਿਹਾ। ਤੁਸੀਂ ਉਹਨਾਂ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੇ ਜਿਹੜੇ ਲੋਕ ਤੁਹਾਡਾ ਹਮੇਸ਼ਾ ਭਲਾ ਚਾਹੁੰਦੇ ਨੇ, ਬਲਕਿ ਤੁਸੀਂ ਤਾਂ ਉਹਨਾਂ ਲੋਕਾਂ ਤੇ ਵਿਸ਼ਵਾਸ ਕਰ ਰਹੇ ਹੋ ਜਿਹੜੇ ਲੋਕ ਚੰਗੇ ਨਹੀਂ। ਉਹਨਾਂ ਨੇ ਤਾਂ ਸੁਖਚੈਨ ਦੀ ਭੈਣ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਹੈ। ਪੈਰੋ ਸਿੰਘ, ਹੋਸ਼ ਕਰ, ਹੋਸ਼ ਕਰ ਪੈਰੋ ਸਿੰਘ। ਇਹ ਪਾਉਣਾ ਥਾਰੀ, ਇਹ ਦੁੱਧਾ ਧਾਰੀ, ਇਹਨਾਂ ਨੂੰ ਸਦਬੁੱਧੀ ਬਖਸ਼। ਜੇ ਅਰਮਾਨ ਨਾ ਮਿਲਿਆ ਤਾਂ ਫੇਰ ਦੇਖਣਾ ਮੈਂ ਤੁਹਾਡਾ ਉਹ ਹਾਲ ਕਰੂੰਗਾ ਕਿ ਤੁਸੀਂ ਸਾਰੀ ਉਮਰ ਯਾਦ ਕਰਦੇ ਰਹੋਗੇ, ਸਮਝੇ? ਸੁਖਚੈਨ, ਇਹ ਬੇਔਲਾਦੇ ਕੀ ਜਾਣਨ, ਔਲਾਦਾਂ ਵਾਲਿਆਂ ਦੇ ਕੀ ਦੁੱਖ ਹੁੰਦਾ। ਪੈਰੋਂ ਮੈਂ ਤੈਨੂੰ ਵੇਖ ਲਵਾਂਗਾ। ਉਹ ਮੈਂ ਤੇਰਾ ਉਹ ਹਾਲ ਕਰਾਂਗਾ, ਉਹ ਹਾਲ ਕਰਾਂਗਾ ਕਿ ਤੂੰ ਥਰ ਥਰ ਮੰਗਦਾ ਫਿਰੇਗਾ। ਪੈਰੋਂ ਜੇ ਫੈਕਟਰੀਆਂ ਹੱਥੋਂ ਨਿਕਲ ਗਈਆਂ ਤਾਂ ਫਿਰ ਕੀ ਹੋਇਆ ਡੈਡ? ਸਾਡਾ ਦਿਮਾਗ ਤਾਂ ਸਾਡੇ ਕੋਲ ਹੈ। ਅਸੀਂ ਇਸ ਦਿਮਾਗ ਨਾਲ ਕੋਈ ਇਹੋ ਜਿਹੀ ਸਕੀਮ ਕਰਾਂਗੇ ਕਿ ਚਾਚਾ ਪੈਰੋ ਸਿੰਘ ਤਾਂ ਦਿਨੇ ਤਾਰੇ ਗਿਣਦਾ ਫਿਰੂਗਾ। ਤੁਸੀਂ ਹੌਸਲਾ ਨਾ ਛੱਡੋ ਕਿ ਕੋਈ ਨਵੀਂ ਯੁੱਗ ਤੇ ਲੜਾਉਣ ਲਈ ਆਪਣੇ ਦਿਮਾਗ ਦੀ ਚੱਕਰੀ ਘੁਮਾ। ਹੈਲੋ, ਕੌਣ? ਤੈਨੂੰ ਤਬਾਹ ਕਰਨ ਵਾਲਾ ਜਾਣੀ ਕਿ ਪੈਰੋਂ ਸਿੰਘ। ਬਲਵੰਤਿਆ, ਫੈਕਟਰੀਆਂ ਦੇ ਸਾਰੇ ਉਹ ਕਾਗਜ਼ ਸਾਂਭ ਕੇ ਰੱਖੀ ਜਿਨ੍ਹਾਂ ਤੇ ਤੂੰ ਮੇਰੇ ਦਸਖਤ ਕਰਵਾਏ ਸਨ। ਇਹ ਤਾਂ ਭਲਾ ਹੋਵੇ ਸਾਡੇ ਮੈਨੇਜਰ ਵਰਮਾ ਦਾ, ਜਿਸਨੇ ਤੈਨੂੰ ਨਕਲੀ ਕਾਗਜ਼ ਤਿਆਰ ਕਰਕੇ ਦੇ ਦਿੱਤੇ, ਨਹੀਂ ਤਾਂ ਤੂੰ ਆਪਣੀ ਗੰਦੀ ਚਾਲ 'ਚ ਸਫਲ ਹੋ ਜਾਣਾ ਸੀ। ਪਰ ਹੁਣ ਵੇਖੀ ਤੂੰ ਕਿਵੇਂ ਦਿਲ ਦਿਲ ਕਰਕੇ ਮਰਦਾ ਹੈ। ਕੌਣ ਸੀ ਡੈਡ? ਉਹੀ ਸਾਡਾ ਦੁਸ਼ਮਣ ਭੈਣੋ। ਪੁੱਤਰੋ, ਹੁਣ ਸਾਨੂੰ ਇਸ ਦਾ ਪਤਾ ਛੇਤੀ ਹੀ ਸਾਫ਼ ਕਰਨਾ ਪੈਣਾ। ਹੋ ਸਕਦਾ ਹੈ ਕੱਲ ਨੂੰ ਸਾਡੇ ਰਸਤੇ ਵਿੱਚ ਕੋਈ ਨਵੀਂ ਮੁਸ਼ਕਲ ਖੜੀ ਕਰ ਦੇ। ਸਾਨੂੰ ਕਸਮ ਹੈ ਡੈਡ ਤੁਹਾਡੇ ਪਿਆਰ ਦੀ, ਅਸੀਂ ਉਨੀ ਦੇਰ ਚੈਨ ਨਾਲ ਨਹੀਂ ਬੈਠਾਂਗੇ ਜਿੰਨੀ ਦੇਰ ਚਾਚੇ ਪੈਰੋ ਸਿੰਘ ਤੇ ਉਸਦੇ ਪਰਿਵਾਰ ਨੂੰ ਮੌਤ ਦੇ ਘਾਟ ਨਹੀਂ ਉਤਾਰ ਦਿੰਦੇ। ਅਮਰਵੀਰ, ਸਭ ਤੋਂ ਪਹਿਲਾਂ ਆਪਾਂ ਉਸ ਮੈਨੇਜਰ ਵਰਮੇ ਨੂੰ ਟਿਕਾਣੇ ਲਾਈਏ ਜਿਨਨੇ ਸਾਡੇ ਨਾਲ ਗੱਦਾਰੀ ਕੀਤੀ ਹੈ। ਚੱਲ ਉੱਠ। ਚੱਲ ਵੀਰ।
ਆਪਾਂ ਤਾਂ ਚਾਰੇ ਪਾਸੋਂ ਤੋਂ ਦੁਖੀ ਹੋਏ ਪਏ ਹਾਂ। ਮੈਂ ਹੋਇਆ ਕੀ? ਫੈਕਟਰੀਆਂ ਦੇ ਕੰਮ ਦਾ ਤੇ ਮੰਦਾ ਲੱਗ ਹੀ ਗਿਆ। ਉਤੋਂ ਸੇਠ ਤੇ ਅਰਮਾਨ ਪਤਾ ਨਹੀਂ ਕਿਹੜੇ ਖੁੰਝੇ ਚੜ ਗਏ। ਉਧਰ ਬਲਵੰਤੇ ਨੇ ਦਗਾਬਾਜੀ ਕਰਕੇ ਰਹਿੰਦੀ ਖੁੰਦੀ ਕਸਰ ਪੂਰੀ ਕਰਤੀ। ਮੈਨੂੰ ਸਮਝ ਨਹੀਂ ਆਉਂਦੀ ਮੀਨਾਕਸ਼ੀ, ਮੈਂ ਉਹਨਾਂ ਤੋਂ ਬਦਲਾ ਲਵਾਂ ਤੇ ਕਿਵੇਂ ਲਵਾਂ। ਸੇਠ ਜੀ ਨਮਸਕਾਰ। ਬੈਠੋ। ਕਿਵੇਂ ਆਏ ਹੋ? ਸੇਠ ਜੀ ਵੱਡੇ ਸੇਠ ਹੋਰਾਂ ਨੇ ਸਾਡੀ ਬੀਮਾ ਕੰਪਨੀ ਤੋਂ ਆਪਣਾ ਬੀਮਾ ਕਰਵਾਇਆ ਹੋਇਆ ਸੀ, ਸੋ ਸਮਾਂ ਹੁਣ ਪੂਰਾ ਹੋ ਗਿਆ। ਉਹਨਾਂ ਨੇ ਆਪਣੀ ਗੈਰ ਹਾਜ਼ਰੀ ਵਿੱਚ ਅਰਮਾਨ ਨੂੰ ਵੀ ਆਪਣਾ ਅਧਿਕਾਰੀ ਬਣਾ ਰੱਖਿਆ ਸੀ। ਅੱਛਾ। ਰਕਮ ਕੋਈ 50 ਲੱਖ ਰੁਪਏ ਦੀ ਹੈ। ਅੱਗੇ ਅਰਮਾਨ ਘਰ ਹੈ। ਵੀ ਅਰਮਾਨ ਤਾਂ ਘਰ ਹੈ ਨਹੀਂਗਾ। ਦੱਸੋ ਅਰਮਾਨ ਦੇ ਨਾਲ ਕੀ ਕੰਮ ਹੈ? ਮੇਰੇ ਕਹਿਣ ਦਾ ਮਤਲਬ ਸੀ ਅਰਮਾਨ ਇੱਥੇ ਹੁੰਦਾ ਤਾਂ ਮੈਂ ਉਸ ਤੋਂ ਸਾਈਨ ਕਰਵਾ ਲੈਂਦਾ, ਤਾਂ ਕਿ ਕੰਪਨੀ ਆਪਣੀ ਕਾਰਵਾਈ ਕਰਕੇ ਰਕਮ ਦੇਣ ਵਾਲੀ ਬਣਦੀ। ਭਰਾ ਜੀ ਉਹ ਤਾਂ ਅੱਜ ਘਰ ਹੈ ਨਹੀਂ, ਅਸੀਂ ਕੱਲ ਨੂੰ ਆਪ ਹੀ ਲੈ ਕੇ ਆ ਜਾਾਂਗੇ। ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰਿਓ, ਆਪ ਹੀ ਲੈ ਕੇ ਆ ਜਾਾਂਗੇ ਅਸੀਂ ਉਹਨੂੰ। ਠੀਕ ਹੈ, ਹੁਣ ਤੁਸੀਂ ਜਾਓ, ਅਸੀਂ ਕੱਲ ਨੂੰ ਆਪ ਹੀ ਲੈ ਕੇ ਆ ਜਾਾਂਗੇ। ਤੁਸੀਂ ਚਿੰਤਾ ਨਹੀਂ ਕਰਨੀ ਕਿਸੇ ਚੀਜ਼ ਦੀ। ਮੰਮੀ ਹਿੱਸਾ ਲੈਣਾ ਵਾ, ਮੰਮੀ ਹਿੱਸਾ ਲੈਣਾ ਵਾ, ਮੰਮੀ ਹਿੱਸਾ ਲੈਣਾ ਵਾ। ਤੈਨੂੰ ਜਰਾਮਾ ਦਵਾਂਗੇ ਸੱਚਲ। ਮੰਮੀ ਹਿੱਸਾ ਲੈਣਾ ਵਾ। ਚੱਲ ਰੱਬ ਦੇ ਵਾਸਤੇ ਚੱਲ ਜਾ। ਮੰਮੀ ਹਿੱਸਾ ਲੈਣਾ ਵਾ। ਤੈਨੂੰ ਦਵਾਂਗੇ ਮੈਂ ਕਿ ਹਿੱਸਾ। ਮੰਮੀ ਹਿੱਸਾ ਲੈਣਾ ਵਾ। ਉਹ ਜਾ ਚੱਲ ਚੱਲ ਮੰਮੀ ਹਿੱਸਾ ਲੈਣਾ ਵਾ। ਦਵਾਂਗੇ ਮੰਮੀ ਹਿੱਸਾ ਲੈਣਾ ਵਾ। ਚੰਗਾ ਸੇਠ ਜੀ, ਤੁਸੀਂ ਕੱਲ ਆਫਿਸ ਆ ਜਾਣਾ, ਮੈਂ ਉੱਥੇ ਇੰਤਜ਼ਾਰ ਕਰਾਂਗਾ। ਚੰਗਾ, ਮੈਂ ਚੱਲਦਾ ਹਾਂ। ਸਤਿ ਸ਼੍ਰੀ ਅਕਾਲ। ਹਾਏ ਰੱਬਾ, ਕੀ ਕਰੀਏ ਹੁਣ ਅਸੀਂ? ਕਿੱਥੋਂ ਲਿਆਈਏ ਅਰਮਾਨ ਨੂੰ? ਸਾਰਾ ਕੁਝ ਤਾਂ ਹੱਥੋਂ ਜਾਂਦਾ ਲੱਗਾ। ਜੇ ਅਰਮਾਨ ਨਾ ਮਿਲਿਆ ਤੇ ਬੀਮੇ ਦੀ ਰਕਮ ਵੀ ਹੱਥੋਂ ਚਲੀ ਜਾਣੀ। ਰੱਬ ਵੀ ਪਤਾ ਨਹੀਂ ਕਿੱਥੇ ਬੈਠਾ ਜੋ ਸਾਡੀ ਗੱਲ ਹੀ ਨਹੀਂ ਸੁਣਦਾ। ਕੱਲ ਪੀ ਜਾ ਹੁਣ ਏਦਾਂ। ਜਦੋਂ ਮੈਂ ਤੈਨੂੰ ਕਹਿੰਦਾ ਸੀ ਤੂੰ ਤਾਂ ਮੇਰੀ ਇੱਕ ਨਾ ਮੰਨੀ। ਤੈਨੂੰ ਮੈਂ ਉਦੋਂ ਕਿਹਾ ਸੀ ਵੀ ਕਿਸੇ ਦਾ ਬੱਚਾ ਗੋਦ ਲੈ ਲਈਏ, ਉਹ ਘੱਟੋ ਘੱਟ ਆਪਣਾ ਵਾਰਸ ਤਾਂ ਖਿਲਾਉਂਦਾ। ਹੁਣ ਪਛਤਾਉਂਦੇ ਹੀ ਆ, ਪਛਤਾਈ ਜਾ। ਜੈ ਬਾਬੇ ਦੀ ਸੇਠ ਜੀ। ਜੈ ਬਾਬੇ ਦੀ। ਸੁਣਾ ਕਿਵੇਂ ਆਇਆ? ਸੇਠ ਜੀ ਮੈਂ ਵਰਮਾ ਸਾਹਿਬ ਦੇ ਘਰ ਹੋ ਕੇ ਆਇਆ। ਵਰਮਾ ਸਾਹਿਬ ਦੇ ਘਰ ਹੋ ਕੇ ਆਇਆ? ਕੀ ਹੋਇਆ ਵਰਮਾ ਸਾਹਿਬ ਨੂੰ? ਸੇਠ ਜੀ ਇਹਦਾ ਮਤਲਬ ਤੁਹਾਨੂੰ ਕੁਝ ਵੀ ਨਹੀਂ ਪਤਾ? ਨਹੀਂ। ਬਲਵੰਤ ਸਿੰਘ ਦੇ ਮੁੰਡਿਆਂ ਨੇ ਵਰਮਾ ਸਾਹਿਬ ਦਾ ਕਤਲ ਕਰ ਦਿੱਤਾ ਹੈ ਤੇ ਜਾਂਦੇ ਹੋਏ ਉੱਥੇ ਧਮਕੀ ਦੇ ਕੇ ਗਏ ਨੇ ਕਿ ਉਹ ਹੁਣ ਤੁਹਾਨੂੰ ਵੀ ਨਹੀਂ ਛੱਡਣਗੇ। ਉਹਨਾਂ ਦੀ ਇਹ ਹਿੰਮਤ, ਉਹ ਹੁਣ ਮਰਨ ਤੇ ਤੁਲ ਗਏ ਨੇ। ਸੇਠ ਜੀ ਗੁੱਸਾ ਤਾਂ ਮੇਰੇ ਮਨ 'ਚ ਵੀ ਬੜਾ ਹੈ, ਕਿਉਂਕਿ ਉਹਨਾਂ ਦਰਿੰਦਿਆਂ ਨੇ ਸਾਡੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਜੇ ਤੁਸੀਂ ਚਾਹੋ ਕਿ ਆਪਾਂ ਰਲ ਕੇ ਉਹਨਾਂ ਦੇ ਪਾਪਾਂ ਦਾ ਅੰਤ ਕਰ ਸਕਦੇ ਹਾਂ। ਵੇ ਸੁਖਚੈਨ, ਜੇ ਤੂੰ ਕਿਤੇ ਮੇਰੀਆਂ ਪਹਿਲਾਂ ਅੱਖਾਂ ਖੋਲੀਆਂ ਹੁੰਦੀਆਂ ਤਾਂ ਸਾਡਾ ਘਰ ਬਰਬਾਦ ਹੋਣੋਂ ਬਚ ਜਾਂਦਾ। ਸੇਠ ਜੀ ਮੈਂ ਤੇ ਪਹਿਲਾਂ ਵੀ ਕਈ ਵਾਰਾਂ ਤੁਹਾਨੂੰ ਸਾਵਧਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਮੇਰੀ ਗੱਲ ਤੇ ਗੌਰ ਹੀ ਨਹੀਂ ਕੀਤਾ। ਖੈਰ ਦੁੱਲਿਆਂ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਤੁਸੀਂ ਪੌਣਾ ਹਾਰੀ ਤੇ ਭਰੋਸਾ ਰੱਖੋ ਕਿ ਸਭ ਠੀਕ ਹੋ ਜਾਏ। ਬਾਕੀ ਗੱਲਾਂ ਛੱਡੋ, ਮੈਂ ਕਹਿੰਦੀ ਆ ਅਰਮਾਨ ਬਾਰੇ ਸੋਚੋ। ਉਹਨੂੰ ਕਿੱਥੋਂ ਲੱਭਣਾ? ਵੱਡੇ ਸੇਠ ਜੀ ਸੁਜਾਨਪੁਰ ਵਿਖੇ ਬਾਬਾ ਬਾਲਕ ਨਾਥ ਜੀ ਦੇ ਮੰਦਰ ਅਕਸਰ ਜਾਇਆ ਕਰਦੇ ਸੀ ਤੇ ਅਰਮਾਨ ਵੀ ਇੱਕ ਦੋ ਵਾਰੀ ਉਹਨਾਂ ਦੇ ਨਾਲ ਉੱਥੇ ਗਿਆ। ਮੇਰਾ ਖਿਆਲ ਹੈ ਕਿ ਕਿਤੇ ਅਰਮਾਨ ਉੱਥੇ ਨਾ ਚਲਾ ਗਿਆ ਹੋ। ਕਿਉਂ ਨਾ ਆਪਾਂ ਇੱਕ ਵਾਰੀ ਉੱਥੇ ਵੀ ਗੇੜਾ ਮਾਰ ਆਏ। ਜੇ ਇਹ ਗੱਲ ਹੈ ਤੇ ਆਪਾਂ ਉੱਥੇ ਵੀ ਗੇੜਾ ਮਾਰ ਆਉਂਦੇ ਹਾਂ। ਠੀਕ ਹੈ ਸੇਠ ਜੀ, ਤੁਸੀਂ ਜਾਣ ਦੀ ਤਿਆਰੀ ਕਰੋ ਤੇ ਮੈਂ ਮਹੰਤ ਜੀ ਨੂੰ ਨਾਲ ਲੈ ਕੇ ਆਉਣਾ, ਆਪਣੇ ਨਾਲ ਜਾਣ। ਚਲੋ। ਜੈ ਬਾਬੇ। ਜੈ ਬਾਬੇ। ਸੇਠ ਜੀ ਉਹ ਦੇਖੋ ਅਰਮਾਨ। ਉਹ ਗਿਆਨ रुको। ज्ञान, अरमान बेटा, अरमान बेटा रुको। तू किथे चला गया? देख, तू सानू माफ कर दे, सानू माफ कर दे। साडे तो कोई बात नहीं। चल बेटे तू घर चल। नहीं चाचा मैं नहीं घर जाना, मेरा घर राही है। ओ नहीं पुत्र, नहीं मेरे लाल, नहीं बेटे। ज्ञान तेरा तू ही समझा इनू कुछ, समझा ज्ञान इनू कुछ साडे नाल चले। चल बच्चे चल कर, चल जिद ना कर, चल मेरे नाल चल, चल कर चलिए चल। मोहन जी
ਤੁਸੀਂ ਇੱਥੇ? ਦਰਅਸਲ ਮੈਨੂੰ ਸੁਖਜੈਰ ਹੋਣਾ ਨਹੀਂ ਦੱਸਿਆ ਸੀ। ਵੈਸੇ ਤਾਂ ਮੈਂ ਦਰਅਸਲ ਇੱਥੇ ਆਉਣਾ ਹੀ ਜਾਂਦਾ ਰਹਿੰਦਾ ਮੰਦਿਰ 'ਚ। ਅੱਜ ਤਾਂ ਬਾਬਾ ਜੀ ਦੀ ਕਿਰਪਾ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਗਏ। ਇੱਕ ਤਾਂ ਮੰਦਿਰ 'ਚ ਮੱਥਾ ਟੇਕਿਆ ਜਾਊਗਾ ਤੇ ਦੂਜਾ ਮੈਨੂੰ ਅਰਮਾਨ ਮਿਲ ਪਿਆ। ਆਹ ਲੈ ਬੇਟੇ ਅਰਮਾਨ, ਚੱਕ ਫੜ ਤੇ ਇਸ ਉੱਤੇ ਸਾਈਨ ਕਰ ਤੇ ਮੈਨੂੰ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਕਰ। ਚੰਗਾ ਸੇਠ ਜੀ, ਜੈ ਬਾਬਾ ਜੀ। ਜੈ ਬਾਬਾ। हेलो चाचा जी चक, इस बहुत पैसे है। मैंने पता है चाची ने पैसे में बहुत प्यार है। नहीं बेटे, मेरे लाल नहीं, मेरे बच्चे। देख तेरी चाची तेरा कितना फिक्र कर दिया। तेरी चाची हो नहीं रही पुत्र। चल हुण घर चल, चल बच्चे। ਆਪਾਂ ਰੋਜ਼ ਬਾਬਾ ਜੀ ਦਾ ਰੋਟ ਪਕਾਇਆ ਕਰਾਂਗੇ। ਤੈਨੂੰ ਮੈਂ ਲੈ ਕੇ ਮੰਦਿਰ ਆਇਆ ਕਰਾਂਗਾ। ਮੰਦਿਰ ਦੇ ਵਿੱਚ ਆਪਾਂ ਆਰਤੀ ਵੀ ਕਰਿਆ ਕਰਾਂਗੇ ਜਿੱਦਾਂ ਤੇਰੇ ਪਾਪਾ ਕਰਦੇ ਸੀ ਪੁੱਤ। ਅਰਮਾਨ, ਤੇਰੇ ਚਾਚਾ ਚਾਚੀ ਹੁਣ ਉਹ ਨਹੀਂ ਰਹੇ ਜੋ ਪਹਿਲਾਂ ਸੀ। ਹੁਣ ਤੇ ਬਾਬਾ ਪੌਣਾ ਹਾਰੀ ਦੇ ਪੱਕੇ ਸ਼ਰਧਾਲੂ ਬਣ ਗਏ। ਹੁਣ ਘਰ ਜਾਣ ਤੋਂ ਨਾ ਕਰੀ। ਚਲੋ ਆਓ ਚੱਲੀਏ। ਚਲ ਚਲ ਬੱਚੇ। ਗਿਆਨ, ਉਹ ਤੂੰ ਕਿੱਥੇ ਚੱਲਿਆ? ਉਹ ਮੈਨੂੰ ਮਾਫ ਕਰ ਦੇ। ਨਹੀਂ ਸੇਠ ਜੀ, ਨਹੀਂ ਸੇਠ ਜੀ, ਉਹ ਨਹੀਂ। ਤੇਰੀ ਜਗ੍ਹਾ ਇੱਥੇ ਨਹੀਂ, ਤੇਰੀ ਜਗ੍ਹਾ ਤਾਂ ਮੇਰੇ ਦਿਲ ਵਿੱਚ ਆ। ਚਲੋ ਚਲੋ, ਅੱਜ ਤੋਂ ਬਾਅਦ ਤੂੰ ਸਾਡੇ ਨਾਲ ਰਹੇਗਾ। ਚਲੋ ਘਰ ਚਲੀਏ। ਚੱਲ ਗਿਆਨ, ਚਲੋ ਮੇਰੇ ਯਾਰਾ, ਚੱਲ। ਡੈਡ, ਆਪਣਾ ਤਾਂ ਬੇੜਾ ਹੀ ਗਰਕ ਹੋ ਗਿਆ। ਆਪਣੀਆਂ ਤਾਂ ਸਾਰੀਆਂ ਹੀ ਪੁੱਠੀਆਂ ਪਈ ਜਾ ਰਹੀਆਂ ਨੇ। ਮੈਂ ਸੁਣਿਆ ਏ ਕਿ ਵੱਡੇ ਸੇਠ ਦਾ ਮੁੰਡਾ ਵੀ ਲੱਭ ਪਿਆ ਏ। ਉਹਦੇ ਆਉਣ ਨਾਲ ਆਪਣਾ ਕੁਝ ਨਹੀਂ ਬਣਨਾ ਡੈਡ। ਆਪਾਂ ਰਹਿ ਗਏ ਖਾਲੀ ਦੇ ਖਾਲੀ। ਹੋਰ ਗੱਲਾਂ ਕਰਕੇ ਮੇਰਾ ਮਨ ਨਾ ਖਰਾਬ ਕਰ ਸਵੇਰੇ ਸਵੇਰੇ। ਮੇਰਾ ਤਾਂ ਖੂਨ ਪਹਿਲਾਂ ਹੀ ਬਾਰੇ ਖਾਈ ਜਾ ਰਿਹਾ। ਅਮਰਵੀਰ, ਕਿੱਥੇ ਹੈ ਤੂੰ? ਅੱਜ ਆਪਣੇ ਸਾਰੇ ਬੰਦੇ ਇਕੱਠੇ ਕਰ ਲੈ। ਸੁਖਚੈਨ ਦੇ ਟੱਬਰ ਦੇ ਨਾਲ ਨਾਲ ਆਪਾਂ ਸੇਠਾਂ ਦੀ ਘੰਡੀ ਵੀ ਮਰੋੜੀ ਦੇਣੀ ਹੈ। ਹਾਂ, ਇਹ ਠੀਕ ਹੈ। ਅਜੇ ਤਾਂ ਸਵੇਰਾ ਸਵੇਰੇ ਸਾਲੇ ਦੋਵੇਂ ਪਾਸੇ ਘਰੇ ਹੀ ਹੋਣਗੇ। ਚੱਲ ਜਾ ਕੇ ਹਥਿਆਰਾਂ ਦੀ ਤਿਆਰੀ ਕਰਕੇ ਰੱਖੀ, ਮੈਂ ਆਇਆ। ਪੁੱਤਰਾ, ਕੰਮ ਸਿਰੇ ਚੜਾ ਕੇ ਮੁੜਿਓ, ਤਾਂ ਹੀ ਮੇਰੇ ਕਾਲਜੇ ਠੰਡ ਪੈਣੀ ਹੈ। ਤੁਸੀਂ ਫਿਕਰ ਨਾ ਕਰੋ ਡੈਡ, ਕੰਮ ਤੇ ਮੈਂ ਕਰਕੇ ਹੀ ਓਏ ਸੁਖਚੈਨ, ਓਏ ਸੁਖਚੈਨ, ਬਾਹਰ ਨਿਕਲੋ ਵੱਡਿਆ ਬਦਮਾਸ਼ਾ। ਆਪਣੀ ਜਵਾਨ ਨੂੰ ਲਗਾਮ ਦੇ ਓਏ, ਨਹੀਂ ਤਾਂ ਮੂੰਹ ਦੀ ਖਾਏਗਾ। ਓਏ ਸੋਚਦੇ ਕੀ ਹੋ? ਫੜ ਲਓ ਕੁੱਤੇ ਨੂੰ। ਚਲੋ ਸ਼ਰਨਜੀਤ, ਗੱਲ ਤਾਂ ਦੱਸੋ, ਕੱਲੇ ਨੂੰ ਵੇਖ ਕੇ ਕੁੱਟਣ ਪੈ ਗਏ ਹੋ। ਚਲੋ ਮੁੜਿਓ, ਜਾ ਕੇ ਕਰੀਏ ਹੁਣ ਸੇਠਾਂ ਦਾ ਕੰਮ ਵੀ ਤਮਾਮ। ਆ ਜਾਓ। ਚਲੋ। किन्ने कीती मेरी वीर दी हालत? राजवीर ने। राजवीर ने।
ਬਚਾਓ ਮੈਨੂੰ ਮੇਰੀਆਂ ਲੱਤਾਂ ਟੁੱਟ ਗਈਆਂ ਮੇਰੀਆਂ ਲੱਤਾਂ ਟੁੱਟ ਗਈਆਂ ਰੱਬਾ ਮੇਰੀਆਂ ਲੱਤਾਂ ਹੈਲੋ ਹਾਂ ਹਾਂ ਮੈਂ ਹੀ ਬੋਲ ਰਿਹਾ ਕੀ ਅਮਰਵੀਰ ਤੇ ਸ਼ਰਨਵੀਰ ਮਾਰੇ ਗਏ ਤੇ ਸਾਥੀ ਵੀ ਤੇ ਰਾਜਵੀਰ ਦੀਆਂ ਲੱਤਾਂ ਟੁੱਟ ਗਈਆਂ ਓਏ ਕੀ ਹੋ ਗਿਆ ਭੈਣੋ ਤੇਰਾ ਕੱਖ ਨਾ ਰਹੇ ਓ ਭੈਣੋ ਮੇਰਾ ਕੱਖ ਨਹੀਂ ਰਿਹਾ ਭੈਣੋ ਮੇਰਾ ਘਰ ਬਰਬਾਦ ਹੋ ਗਿਆ ਰਾਜਵੀਰ ਤੂੰ ਹੁਣ ਕਿਵੇਂ ਤੁਰੇਗਾ ਰਾਜਵੀਰ ਤੂੰ ਕਿਵੇਂ ਜੈ ਬਾਬੇ ਜੈ ਬਾਬੇ ਕੀ ਗੱਲ ਹੈ ਪ੍ਰੀਤ ਬੜੀਆਂ ਉਦਾਸ ਨਜ਼ਰ ਆ ਰਹੀਆਂ ਹੋ ਸੁੱਖ ਤਾਂ ਹੈ ਤੁਹਾਨੂੰ ਤਾਂ ਪਤਾ ਹੀ ਹੈ ਰਾਜਵੀਰ ਤੇ ਉਹਦੇ ਸਾਥੀਆਂ ਨੇ ਮੇਰੇ ਘਰ ਵਾਲੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਬਸ ਉਹਨਾਂ ਦੀ ਸਲਾਮਤੀ ਲਈ ਮੰਦਿਰ ਜਾ ਕੇ ਆਏ ਜੇ ਰਾਜਵੀਰ ਨੇ ਨੁਕਸਾਨ ਪਹੁੰਚਾਇਆ ਹੈ ਨਾ ਤੇ ਅੱਜ ਉਹ ਨਕਾਰਾ ਹੋ ਕੇ ਬੈੱਡ ਤੇ ਲਟਿਆ ਹੋਇਆ ਪਿਆ ਹੈ ਸਿੱਧ ਜੋਗੀ ਪੋਣਾ ਹਾਰੀ ਨੇ ਉਹਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਦੇ ਦਿੱਤੀ ਹੈ ਹਾਂ ਮੈਂ ਉਹਦਾ ਹੀ ਪਤਾ ਲੈਣ ਜਾ ਰਿਹਾ ਸੀ ਆਉਂਦਾ ਹੋਇਆ ਮੈਂ ਤੁਹਾਡੇ ਘਰ ਜ਼ਰੂਰ ਹੋ ਕੇ ਜਾਵਾਂਗਾ ਚੰਗਾ ਜੈ ਬਾਬੇ ਭਾਬੀ ਜੀ ਬਾਜ਼ਾਰ ਨੂੰ ਤਾਂ ਆਪਾਂ ਜਾਣਾ ਹੀ ਆ ਕਿਉਂ ਨਾ ਵੀਰ ਜੀ ਲਈ ਦਵਾਈਆਂ ਲੈ ਚੱਲੀਏ ਹਾਂ ਹਾਂ ਮਾਫ ਕਰ ਦੇ ਚਾਚਾ ਜੀ ਮੈਂ ਤੁਹਾਡਾ ਗੁਨਾਹਗਾਰ ਬਸ ਮੈਂ ਤੁਹਾਡਾ ਗੁਨਾਹਗਾਰ ਚਾਚਾ ਜੀ ਉਸ ਦਿਨ ਵੀ ਮੈਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਰੀਰਕ ਕਸ਼ਟ ਪਹੁੰਚਾਉਣ ਹੀ ਜਾ ਰਿਹਾ ਸੀ ਤੇ ਪਤਾ ਨਹੀਂ ਅਚਾਨਕ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਗੱਡੀ ਦਰਖਤ ਨਾਲ ਜਾ ਵੱਜੀ ਚਾਚਾ ਜੀ ਮੈਂ ਦਰਦ ਨਾਲ ਮਿਲਕ ਰਿਹਾ ਸੀ ਚਾਚਾ ਜੀ ਹੌਸਲਾ ਕਰ ਹੌਸਲਾ ਕਰ ਹੌਸਲਾ ਕਰ ਹੌਸਲਾ ਕਰ ਪਤਾ ਨਹੀਂ ਅਚਾਨਕ ਉੱਥੇ ਇੱਕ ਬਾਲਕ ਆਇਆ ਉਹਨੇ ਮੈਨੂੰ ਪਾਣੀ ਪਿਲਾਇਆ ਤੇ ਆਪਣੇ ਲਾਲ ਰੰਗ ਦੀ ਝੋਲੀ ਵਿੱਚੋਂ ਕੁਝ ਕੱਢ ਕੇ ਮੈਨੂੰ ਖਾਣ ਲਈ ਦਿੱਤਾ ਚਾਚਾ ਜੀ ਉਹ ਖਾਂਦਿਆਂ ਹੀ ਮੇਰੀ ਦਰਦ ਬਸ ਇੱਕਦਮ ਗਾਇਬ ਹੋ ਗਈ ਮੈਂ ਬਹੁਤ ਗੁਨਾਹਗਾਰ ਹਾਂ ਚਾਚਾ ਜੀ ਬਸ ਪੁੱਤਰਾ ਮੇਰੀਆਂ ਲੱਤਾਂ ਟੁੱਟ ਚੁੱਕੀਆਂ ਨੇ ਚਾਚਾ ਜੀ ਉਹ ਬਸ ਮੇਰਾ ਪੁੱਤ ਮੇਰੀਆਂ ਲੱਤਾਂ ਟੁੱਟ ਚੁੱਕੀਆਂ ਨੇ ਰਾਜਵੀਰ ਹੁਣ ਮੈਂ ਕਦੀ ਨਹੀਂ ਤੁਰ ਸਕਦਾ ਉਹ ਹੌਸਲਾ ਕਰ ਪੁੱਤਰਾ ਹੌਸਲਾ ਕਰ ਮੈਂ ਕਿਹਾ ਹੌਸਲਾ ਕਰ ਉਹ ਗੱਲ ਸੁਣ ਮੈਨੂੰ ਦੇਖ ਇੱਧਰ ਚਾਚਾ ਜੀ ਦੇਖ ਮੇਰੀ ਗੱਲ ਸੁਣ ਹਜੇ ਵੀ ਡੁੱਲਿਆਂ ਵੇਰਾਂ ਦਾ ਕੁਛ ਨਹੀਂ ਦਿਖਦਾ ਉਹ ਤੂੰ ਤੇ ਪੁੱਤਰਾ ਬੜਾ ਭਾਗਾਂ ਵਾਲਾ ਇਨਸਾਨ ਹੈ ਜਿਹਨੂੰ ਸਿੱਧ ਜੋਗੀ ਜੀ ਆਪਣੀ ਝੋਲੀ ਦੇ ਵਿੱਚੋਂ ਰਹਿਮਤਾਂ ਭਰੀ ਰਾਖ ਛਕਾ ਕੇ ਗਏ ਨੇ ਬੱਚਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪੌਣਾ ਹਰੀ ਬਾਬਾ ਜੀ ਬਾਲ ਰੂਪ ਦੇ ਵਿੱਚ ਆ ਕੇ ਤੈਨੂੰ ਦਰਸ਼ਨ ਦਿੱਤੇ ਨੇ ਤੂੰ ਚਿੰਤਾ ਨਾ ਕਰ ਦੇਖ ਪੁੱਤਰਾ ਕੱਲ ਨੂੰ ਚੇਤ ਦੇ ਮਹੀਨੇ ਦਾ ਪਹਿਲਾ ਦਿਨ ਹੈ ਅਸੀਂ ਸਾਰੇ ਜਣੇ ਸਿੱਧ ਜੋਗੀ ਦੇ ਦਰਬਾਰ ਨੂੰ ਜਾ ਰਹੇ ਹਾਂ ਤੂੰ ਵੀ ਸਾਡੇ ਨਾਲ ਚੱਲੀ ਉੱਥੇ ਜਾ ਕੇ ਰੋਡ ਪ੍ਰਸ਼ਾਦ ਚੜਾਵਾਂਗੇ ਮੈਨੂੰ ਬਾਬਾ ਜੀ ਤੇ ਪੂਰਾ ਵਿਸ਼ਵਾਸ ਹੈ ਉਹ ਤੇਰੇ ਸਾਰੇ ਦੁੱਖ ਦੂਰ ਕਰ ਦੇਣਗੇ ਅੱਛਾ ਤੂੰ ਚਿੰਤਾ ਨਾ ਕਰ ਅੱਛਾ ਆ ਮੈਂ ਫਰੂਟ ਲਿਆਂਦੇ ਆ ਖਾ ਲੈਣਾ ਹੈ ਚੰਗਾ ਪੁੱਤਰਾ ਜੈ ਬਾਬੇ ਜੈ ਬਈ ਸੁਖਚੈਨ ਕੀ ਹਾਲ ਤੇਰਾ ਹੁਣ ਸੇਠ ਜੀ ਪਹਿਲਾਂ ਨਾਲੋਂ ਤੇ ਹੁਣ ਕਾਫੀ ਠੀਕ ਹੈ ਪਰ ਰਾਜਵੀਰ ਨੇ ਤਾਂ ਧੋਖਾ ਨਹੀਂ ਸੀ ਤੂੰ ਦਿਲ ਛੋਟਾ ਨਾ ਕਰ ਦੇਖ ਸਿਆਣੇ ਕਹਿੰਦੇ ਆ ਮਾਰਨ ਵਾਲੇ ਨਾਲੋਂ ਬਚਾਉਣ ਵਾਲੇ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ ਨਾਲੇ ਸੁਖਚੈਨ
तेरी हालत तो लगता है कुछ दिनों बाद तू ठीक हो जाएगा। उधर राजवीर मैनू नहीं लगता कि आने वाले समय वो अपने पैरों से चलता होया नजर नहीं आएगा। रीमा बेटे, राजवीर की हालत में देखते हैं हुण उस बारे तेरा की ख्याल है? अंकल जी सच दसां ਤਾਂ ਮੈਂ ਉਸਦੀ रूह ਨਾਲ प्यार किया, उसके शरीर ਨਾਲ नहीं। बेटे राजवीर भी हुण राजवीर नहीं रहा, वो अपनी कीती ते बहुत पछता रहा है। इस समय जे तू दा सहारा बने तो मैं समझदा इस तो वड्डी कुर्बानी होर कोई नहीं होवे। अंकल जी जे ये गल है तो मैं कुर्बानी देने लई तैयार हाँ। है वे सुचैन, इस बारे तेरा की विचार है? सेठ जी तुसी जो भी करोगे साडी भलाई वास्ते ही करना। अच्छा फिर आ ले कुछ पैसे रख लै, अपना इलाज करा है। होर भी जरूरत पवे तो शर्माई ना, बेझिझक मेरे को आ जाए। चंगा फिर मैं चलदा। जय बाबा जी। जय बाबी जी। लाल जी काले बिच सिंगी झोली बगल च लाल जी हाथ बिच चिमटा है करदा कमाल जी काले बिच सिंगी झोली बगल च लाल जी काले बिच सिंगी झोली बगल च लाल जी बाबा जी दी घर बिच चौंकी करवाईए अंड ते गवांड ने भी दित्ती है बधाईए बाबा जी दी घर बिच चौंकी करवाईए अंड ते गवांड ने भी दित्ती है बधाईए चौंकी बिच हल हो गए सब दे सवाल जी काले बिच सिंगी झोली बगल च लाल जी बगल च लाल जी सोनी बड़ी लगती है मोर दी सवारी जी सब दा सहारा जोगी सिद्ध पौना हरी जी सोनी बड़ी लगती है मोर दी सवारी जी सब दा सहारा जोगी सिद्ध पौना हरी जी भोगपुर वाला चन्नी आऊ हर साल जी काले बिच सिंगी झोली बगल च लाल जी हाथ बिच चिमटा है करदा कमाल जी काले बिच सिंगी झोली बगल च लाल जी काले बिच सिंगी झोली बगल च लाल जी चैन ठीक हो गया बाबा जी की मेहर के नाल तू भी ठीक हो गया। चलो बैठ। सेठ जी ਵਧਾਈਆਂ ਆਪਣੇ ਵੱਡੇ ਸੇठ ਜੀ ਆ ਗਏ ਨੇ। प्राची ਤੁਸੀਂ ਕਿੱਥੇ ਚਲ ਗਏ ਸੀ? ਅਸੀਂ ਰੋ ਰੋ ਕੇ ਪਾਗਲ ਹੋ ਗਏ ਸੀ। ਅਸੀਂ ਵੀ ਤੁਹਾਨੂੰ ਮਰਿਆ ਹੋਇਆ ਸਮਝ ਬੈਠੇ ਸਨ। ना ना पापा इन दिनों को
ਬੇਟਾ ਜੇ ਮੈਂ ਅੱਜ ਤੁਹਾਡੇ ਸਾਹਮਣੇ ਸਹੀ ਸਲਾਮਤ ਖੜਾ ਨਾ ਤਾਂ ਉਸ ਪਿੱਛੇ ਬਾਬਾ ਪੌਣਾ ਹਾਰੀ ਦੀ ਦਇਆ ਦਾ ਹੀ ਪ੍ਰਤਾਪ ਹੈ। ਐਕਸੀਡੈਂਟ ਤੋਂ ਮੇਰੀ ਜਾਨ ਤਾਂ ਬਚ ਗਈ ਪਰ ਮੇਰੀ ਯਾਦਦਾਸ਼ਤ ਚਲੀ ਗਈ। ਉਹਦਾ ਭਲਾ ਹੋਵੇ ਪਿੰਡ ਕਲਿਆਣਪੁਰ ਦੇ ਵਾਸੀਆਂ ਦਾ ਜਿਨ੍ਹਾਂ ਦੀ ਮਿਹਰ ਸਦਕਾ ਮੈਂ ਠੀਕ ਹਾਂ। ਮੈਂ ਤਾਂ ਸਿੱਧਾ ਘਰੇ ਗਿਆ ਸਾਂ ਸੋ ਆ ਗਿਆਨ ਨੇ ਦੱਸਿਆ ਕਿ ਤੁਸੀਂ ਬਾਬਾ ਜੀ ਦੇ ਦਰਸ਼ਨਾਂ ਲਈ ਨਿਕਲ ਚੁੱਕੇ ਹੋ। ਮੈਨੂੰ ਬੜੀ ਖੁਸ਼ੀ ਹੋਈ ਸੋ ਮੈਂ ਇਹਨੂੰ ਨਾਲ ਲੈ ਕੇ ਇੱਧਰ ਹੀ ਆ ਗਿਆ। ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡਾ ਗੁਨਾਹਗਾਰ ਆ। ਮੈਨੂੰ ਮਾਫ ਕਰ ਦਿਓ ਭਾਜੀ, ਮੈਂ ਬੜੇ ਗੁਨਾਹ ਕੀਤੇ ਆ। ਕੋਈ ਨਹੀਂ। ਅੱਛਾ ਵੀ ਉਹ ਮੀਨਾਕਸ਼ੀ ਤੇ ਵਿਕਰਮ ਤੁਹਾਡੇ ਨਾਲ ਨਜ਼ਰ ਨਹੀਂ ਆ ਰਹੇ? ਵੀਰ ਜੀ ਉਹ ਵੀ ਸਾਡੇ ਨਾਲ ਹੀ ਆ ਰਹੇ ਸੀ। ਵਿਕਰਮ ਵੀਰ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਮੀਨਾਕਸ਼ੀ ਡਰਾਈਵਰ ਨੂੰ ਨਾਲ ਲੈ ਕੇ ਹਸਪੀਟਲ ਗਏ ਆ। ਤੇ ਸਿਹਤ ਤਾਂ ਠੀਕ ਹੈ? ਇੱਥੇ ਰਹਿੰਦੇ ਇਹਨਾਂ ਦੀ ਸਿਹਤ। ਕਿੱਥੇ ਚਲੇ ਗਏ ਸੀ? ਬਸ ਭਾਜੀ ਮੈਨੂੰ ਮਾਫ ਕਰ ਦਿਓ। ਭੈਣ ਗੁਰਮੀਤਾ ਨੇ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਨੂੰ ਹਿੱਸਿਆਂ ਦੀ ਨਹੀਂ, ਮੈਨੂੰ ਤੁਹਾਡੀ ਲੋੜ ਆ ਭਾਜੀ। ਨਹੀਂ ਭੈਣੇ ਨਹੀਂ, ਜੇ ਸਵੇਰ ਦਾ ਪੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਪੁੱਲਿਆ ਨਹੀਂ ਆਖਦੇ। ਮੈਨੂੰ ਤਾਂ ਇੰਨੀ ਬੜੀ ਖੁਸ਼ੀ ਹੈ ਕਿ ਤੁਸੀਂ ਅਗਿਆਨਤਾ ਦਾ ਰਾਹ ਛੱਡ ਕੇ ਬਾਬਾ ਜੀ ਦੇ ਉਸ ਦਰਬਾਰ ਤੇ ਆ ਚੁੱਕੇ ਹੋ ਜਿੱਥੋਂ ਕਦੇ ਕੋਈ ਖਾਲੀ ਨਹੀਂ ਗਿਆ। ਮੈਂ ਤਾਂ ਇਹ ਗੱਲ ਅਜ਼ਮਾ ਕੇ ਵੇਖੀ ਹੈ। ਭਾਜੀ ਬਾਬਾ ਜੀ ਦੀ ਕਿਰਪਾ ਨਾਲ ਜੇ ਤੁਸੀਂ ਠੀਕ ਹੋ ਤੇ ਮੈਨੂੰ ਸਾਰਾ ਕੁਝ ਮਿਲ ਗਿਆ। ਸਿਰ ਜੀ ਮੈਨੂੰ ਵੀ ਮਾਫ ਕਰ ਦਿਓ, ਮੈਂ ਵੀ ਤੁਹਾਡਾ ਗੁਨਾਹਗਾਰ ਹਾਂ। ਰਾਜਵੀਰ ਮੈਂ ਤਾਂ ਤੈਨੂੰ ਮਾਫ ਕਰ ਦਿੱਤਾ ਪਰ ਜਿਹੜਾ ਬਾਬਾ ਜੀ ਦੇ ਦਰਬਾਰ ਤੇ ਆ ਜਾਂਦਾ ਉਹਦੇ ਸਾਰੇ ਹੀ ਗੁਨਾਹ ਮਾਫ ਹੋ ਜਾਂਦੇ ਆ। ਸੇਠ ਜੀ ਸੇਠ ਜੀ ਅਸੀਂ ਤਾਂ ਇਸ ਦਰਬਾਰ ਦੇ ਵਿੱਚ ਇਹੋ ਦੁਆ ਕਰਦੇ ਹਾਂ ਕਿ ਤੁਹਾਨੂੰ ਕਦੇ ਵੀ ਤੱਤੀ ਵਾਹ ਨਾ ਲੱਗੇ। ਤੁਹਾਡਾ ਸਾਇਆ ਹਮੇਸ਼ਾ ਸਾਡੇ ਸਿਰ ਦੇ ਉੱਤੇ ਕਾਇਮ ਰਹੇ। ਬਈ ਸਾਰੀਆਂ ਖੁਸ਼ੀਆਂ ਵਿੱਚ ਉਹ ਸਾਡਾ ਕਿ ਚੇਤਾ ਨਾ ਭੁੱਲ ਜਿਓ, ਉਹ ਸਾਨੂੰ ਵੀ ਦੇ ਦਿਓ ਰੋਟ ਪਾਉਣਾ ਹਾਰੀ ਦਾ। अरे हमारा गमछा जो और मैं पिटू मैं तू भरा बड़ा बड़ा